ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਅੱਜ ਦੀ ਵੀਡੀਓ ਬੇहद ਖਾਸ ਹੈ ਬੇਟੇ। ਇਹਦੇ ਵਿੱਚ ਆਪਾਂ ਚਰਚਾ ਕਰਨੀ ਇੱਕ ਬੇहद ਖਾਸ ਮੁੱਦੇ ਦੇ ਉੱਪਰ। ਉਹ ਇੱਕ ਅਜਿਹਾ ਮੁੱਦਾ ਹੈ ਜਿਹੜਾ ਕਿ ਘਰ ਘਰ ਚੱਲਦਾ ਹੋਏਗਾ। ਤੁਹਾਡੇ ਘਰ ਦੇ ਵਿੱਚ ਵੀ, ਮੇਰੇ ਘਰ ਵਿੱਚ ਵੀ, ਗੁਆਂਢੀਆਂ ਦੇ ਸੁਣ ਲਓ ਉਹਨਾਂ ਦੇ ਘਰ ਵਿੱਚ ਵੀ ਚੱਲਦਾ ਹੋਊਗਾ। ਮੁੱਦਾ ਬੜਾ ਗੰਭੀਰ ਹੈ, ਪਰ ਉਹਦੇ ਉੱਪਰ ਨਾ ਤਾਂ ਕੋਈ ਸਰਕਾਰ ਵੱਲੋਂ ਕੋਈ ਠੋਸ ਕਦਮ ਚੱਕੇ ਜਾ ਰਹੇ ਹੈ, ਨਾ ਹੀ ਆਪਾਂ ਉਹਦੇ ਬਾਰੇ ਇੰਨਾ ਸੋਚ ਰਹੇ ਹਾਂ। ਪਰ ਉਹ ਬਹੁਤ ਜ਼ਿਆਦਾ ਗੰਭੀਰ ਮੁੱਦਾ ਹੈ। ਅੱਜ ਥੋੜੀ ਜੀ ਇਹ ਵੀਡੀਓ ਪਾਉਣ ਦਾ ਮੇਰਾ ਮਕਸਦ ਸਿਰਫ ਇਹੀ ਸੀਗਾ, ਇੱਕ ਸੁਨੇਹਾ ਦੇਣਾ ਤੁਹਾਨੂੰ, ਤੁਹਾਡੇ ਨਾਲ ਵਿਚਾਰ ਕਰਨੇ, ਕਿਉਂਕਿ ਆਪਾਂ ਸਾਰੇ ਬੇਟੇ, ਸ਼ਾਇਦ ਤੁਸੀਂ ਮੇਰੇ ਤੋਂ ਛੋਟੇ ਵੱਡੇ ਹੋਵੋਗੇ, ਆਪਾਂ ਸਾਰੇ ਇੱਕ ਪਰਿਵਾਰ ਵਾਂਗੂ ਆ। ਤੇ ਕਾਫੀ ਦਿਨ ਤੋਂ ਮਨ ਪਰੇਸ਼ਾਨ ਸੀਗਾ, 2-3 ਦਿਨ ਤੋਂ। ਤੇ ਘਰੇ ਵੀ ਮੈਨੂੰ ਲਗਭਗ ਪਿਛਲੇ 2-3 ਦਿਨ ਦੇ ਵਿੱਚ 4 ਤੋਂ 5 ਸਟੂਡੈਂਟ ਮਿਲਣ ਆਏ, ਜਿਹੜੇ ਕਾਫੀ ਡੀਮੋਟੀਵੇਟ ਸੀਗੇ। ਤਾਂ ਡੀਮੋਟੀਵੇਟ ਇੰਨੇ ਸੀਗੇ, ਦੇਖੋ ਡੀਮੋਟੀਵੇਟ ਹੋਣ ਦਾ ਕਾਰਨ ਤਾਂ ਇੱਕ ਇਹੀ ਹੈ, ਆਪਣਾ ਜਿਹੜਾ ਆਹ ਮੋਬਾਈਲ ਹੈ। ਠੀਕ ਆ, ਹੁਣ ਤੁਸੀਂ ਕਹੋਗੇ ਸਰ ਜੀ ਮੋਬਾਈਲ ਕਿਸ ਤਰ੍ਹਾਂ ਹੈ? ਮੋਬਾਈਲ ਦੇ ਆਉਣ ਦੇ ਨਾਲ ਇੱਕ ਚੀਜ਼ ਖਤਮ ਹੋ ਗਈ, ਜਿਹੜਾ ਕਿ ਆਪਾਂ ਕਮਿਊਨੀਕੇਸ਼ਨ ਗੈਪ ਹੋ ਗਿਆ ਆਪਣਾ, ਆਪਣੇ ਮਾਂ-ਬਾਪ ਨਾਲ, ਭੈਣ ਭਰਾਵਾਂ ਨਾਲ ਤੇ ਪਰਿਵਾਰ ਨਾਲ। ਪਹਿਲਾਂ ਕੀ ਹੁੰਦਾ ਸੀ, ਅਗਰ ਕੋਈ ਦੁੱਖ ਸੁੱਖ ਹੁੰਦਾ ਸੀ ਆਪਾਂ ਰਲ ਮਿਲ ਕੇ ਇਕੱਠੇ ਗੱਲ ਕਰ ਲੈਂਦੇ ਹੁੰਦੇ ਸੀਗੇ। ਬਟ ਹੁਣ ਮੋਬਾਈਲ ਆਉਣ ਨਾਲ ਕੀ ਹੋ ਗਿਆ, ਹਰੇਕ ਬੰਦਾ ਮੋਬਾਈਲ ਤੇ ਬਿਜ਼ੀ ਹੋ ਗਿਆ। ਅਗਰ ਉਹਨੂੰ 10 ਮਿੰਟ ਵੀ ਮਿਲਦੇ ਆ, ਉਹ ਮੋਬਾਈਲ ਤੇ ਹੀ ਲੱਗਾ ਹੋਊਗਾ, ਚਾਹੇ ਉਹ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲੱਗਾ ਹੋਇਆ ਹੈ, ਜਾਂ ਕੋਈ ਪੜ੍ਹ ਰਿਹਾ ਜਾਂ ਕੁਝ ਵੀ ਕਰ ਰਿਹਾ ਮਤਲਬ। ਤਾਂ ਮੇਨ ਡੀਮੋਟੀਵੇਟ ਜ਼ਿਆਦਾ ਹੋਣ ਦਾ ਕਾਰਨ, ਜਾਂ ਤੁਸੀਂ ਦੇਖਦੇ ਹੋਵੋਗੇ ਸੁਸਾਈਡ ਰੇਟ ਇੰਨੀ ਵੱਧ ਰਹੀ ਹੈ, ਉਹਦਾ ਕਾਰਨ ਵੀ ਇਹੀ ਬਣ ਰਿਹਾ ਹੈ। ਤੇ ਹੁਣ ਜਿਹੜੇ ਬੱਚੇ ਮੈਨੂੰ ਮਿਲਣ ਆਏ, ਮੈਂ ਇਹੀ ਚੀਜ਼ ਆਬਜ਼ਰਵ ਕੀਤੀ, ਉਹਨਾਂ ਨੂੰ ਸਿਰਫ ਇੱਕ ਕਮਿਊਨੀਕੇਸ਼ਨ ਦੀ ਜ਼ਰੂਰਤ ਸੀਗੀ। ਉਹ ਮੇਰੇ ਕੋਲ ਅੱਧਾ ਘੰਟਾ ਲਾ ਕੇ ਜਾਂ ਘੰਟਾ ਲਾ ਕੇ, ਦੇਖੋ ਮੇਰੇ ਕੋਲ ਕਿਹੜਾ ਕੋਈ ਗਿੱਦੜ ਸਿੰਘੀ ਹੈਗੀ ਹੈ ਵੀ ਜਿਹੜੀ ਮੈਂ ਉਹਨਾਂ ਨੂੰ ਘੋਲ ਕੇ ਪਿਆ ਦਿੰਦਾ, ਤਾਂ ਉਹ ਬਹੁਤ ਪੋਜ਼ਿਟਿਵ ਹੋ ਕੇ ਚਲੇ ਜਾਂਦੇ ਆ। ਹਾਂ, ਉਹ ਦੋ ਚੰਗੀਆਂ ਗੱਲਾਂ ਸੁਣ ਲੈਂਦੇ ਆ, ਪੋਜ਼ਿਟਿਵ ਹੋ ਜਾਂਦੇ ਆ। ਤਾਂ ਉਹ ਉਹੀ ਗੱਲਾਂ ਉਹਨਾਂ ਨੂੰ ਘਰ ਵਿੱਚ ਉਹਦੇ ਮਾਂ-ਬਾਪ ਵੀ ਦੱਸ ਸਕਦੇ ਆ। ਪਰ ਉਹਨਾਂ ਮਤਲਬ ਕਿ ਮੈਂ ਇਕੱਲਾ ਕਸੂਰ ਬੱਚਿਆਂ ਦਾ ਨਹੀਂ ਕਹਿੰਦਾ, ਹੋ ਸਕਦਾ ਕਿਸੇ ਦੇ ਮਾਂ-ਬਾਪ ਕੋਲੇ ਟਾਈਮ ਨਾ ਹੋਵੇ। ਤਾਂ ਕਹਿਣ ਦਾ ਮਤਲਬ ਆਪਾਂ ਸਾਰੇ ਕਸੂਰਵਾਰ ਆ ਇੱਥੇ, ਠੀਕ ਹੈ? ਤਾਂ ਇੱਕ ਛੋਟੀ ਜਿਹੀ ਚਰਚਾ ਕਰਨੀ ਆ, ਬੜਾ ਮੇਰਾ ਮਨ ਸੀਗਾ। ਹੋ ਸਕਦਾ ਕੋਈ ਮੈਨੂੰ ਗਾਲਾਂ ਵੀ ਕੱਢੇ ਕਿ ਇਹ ਫਾਲਤੂ ਦੀਆਂ ਵੀਡੀਓ ਪਾਉਂਦੇ ਰਹਿੰਦੇ ਆ ਵਿਊਜ਼ ਲੈਣ ਵਾਸਤੇ। ਬਟ ਮੇਰਾ ਮਕਸਦ ਕੋਈ ਵਿਊਜ਼ ਦਾ ਨਹੀਂ ਹੈਗਾ ਰਾਜੇ। ਮੈਂ ਇਹ ਨਹੀਂ ਕਹਿੰਦਾ ਵੀ ਅੱਗੇ ਸ਼ੇਅਰ ਕਰ ਦਿਓ, ਉਹਨੂੰ ਲਾਈਕ ਕਰ ਦਿਓ, ਜੋ ਮਰਜ਼ੀ ਕਰ ਦਿਓ, ਮੈਂ ਇਹ ਨਹੀਂ ਕਹਿੰਦਾ। ਬਸ ਮੇਰੀ ਗੱਲ ਸੁਣ ਲਿਓ ਥੋੜੀ ਜੀ। ਜੇ ਚੰਗੀ ਲੱਗਿਓ, ਹਾਂ ਤੁਸੀਂ ਆਪਣੀ ਰਾਏ ਜ਼ਰੂਰ ਦੇ ਸਕਦੇ ਹੋ। ਮੇਰੀ ਜਿੰਨੀ ਕੁ ਸਮਝ ਬਖਸ਼ੀ ਆ ਪਰਮਾਤਮਾ ਨੇ, ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀਗਾ। ਮੇਰਾ ਮਨ ਸੀਗਾ, ਮੇਰੇ ਕੋਲ ਹੋਰ ਕੋਈ ਮਾਧਿਅਮ ਨਹੀਂ ਸੀਗਾ, ਇਹੀ ਪਲੇਟਫਾਰਮ ਸੀਗਾ, ਇਹੀ ਸਭ ਕੁਝ ਹੈ ਮੇਰਾ। ਇਸ ਕਰਕੇ ਮੈਂ ਇੱਥੇ ਹੀ ਗੱਲ ਕਰੂੰਗਾ। ਹੁਣ ਗੱਲ ਇੱਕ ਚਰਚਾ ਹੈ, ਦੇਖੋ ਜਿਹੜਾ ਵੀ ਬੱਚਾ ਮੋਸਟਲੀ ਹੁਣ ਮੇਰੇ ਕੋਲ ਮੈਸੇਜ ਆਉਂਦਾ ਹੈ, ਉਹ ਬੱਚੇ ਪਰੇਸ਼ਾਨ ਕੀ ਹੋ ਰਹੇ ਆ? ਉਹ ਇਸ ਗੱਲ ਤੇ ਪਰੇਸ਼ਾਨ ਹੋ ਰਹੇ ਆ ਕਿ ਸਰ ਸਾਨੂੰ ਸਾਡੇ ਘਰ ਦੇ ਕਹਿ ਰਹੇ ਆ ਕਿ ਆਈਲੈਟਸ ਕਰ ਲਓ ਤੇ ਚੁੱਪ ਕਰਕੇ ਬਾਹਰ ਵਗ ਜਾਓ, ਬਾਹਰ ਚਲੇ ਜਾਓ, ਵਿਦੇਸ਼ ਚਲੇ ਜਾਓ। ਹੁਣ ਦੇਖੋ ਮਿੱਤਰ ਪਿਆਰੇ, ਗੱਲਾਂ ਹੈਗੀਆਂ ਦੋ। ਇੱਕ ਪਾਸੇ ਹੈਗਾ ਆਪਣਾ ਪੰਜਾਬ ਤੇ ਇੱਕ ਪਾਸੇ ਹੈਗਾ ਵਿਦੇਸ਼। ਵਿਦੇਸ਼ ਮੈਂ ਤਾਂ ਲਿਖਿਆ, ਹੋ ਸਕਦਾ ਤੁਸੀਂ ਕੋਈ ਵੀ ਕੰਟਰੀ ਜਾਣਾ ਚਾਹੁੰਦੇ ਹੋ, ਕੈਨੇਡਾ ਜਾਣਾ ਚਾਹੁੰਦੇ ਹੋ, ਅਮਰੀਕਾ, ਯੂਕੇ, ਜਿੱਥੇ ਵੀ ਤੁਹਾਡਾ ਲੱਤ ਬਾਂਹ ਫਸਦੀ ਹੈ ਬੰਦਾ ਜਾਂਦਾ ਹੀ ਹੈ। ਪਰ ਗੱਲਬਾਤ ਇਸ ਤਰ੍ਹਾਂ ਹੈਗੀ ਆ, ਦੇਖੋ ਆਪਾਂ ਆਈਲੈਟਸ ਵੱਲ ਕਿਉਂ ਭੱਜ ਰਹੇ ਹਾਂ, ਜਾਂ ਆਪਣੇ ਮਾਂ-ਬਾਪ ਆਪਾਂ ਨੂੰ ਕਿਉਂ ਕਹਿੰਦੇ ਆਈਲੈਟਸ ਕਰ ਲਓ, ਜਾਂ ਆਪਣੇ ਰਿਸ਼ਤੇਦਾਰ ਆਪਾਂ ਦੇਖਦੇ ਹਾਂ ਵੀ ਕਿਉਂ ਆਈਲੈਟਸ ਵੱਲ ਵੱਧ ਰਹੇ ਨੇ। ਕੋਈ ਵਿਆਹ ਕਰਵਾ ਕੇ ਜਾ ਰਿਹਾ, ਕੋਈ ਸਟੱਡੀ ਬੇਸ ਤੇ ਜਾ ਰਿਹਾ, ਕੋਈ ਲੱਤ ਬਾਂਹ ਅੜ ਰਹੀ ਹੈ ਤਾਂ ਜਾ ਰਿਹਾ, ਕੋਈ ਡੌਂਕੀਆਂ ਮਾਰ-ਮਾਰ ਕੇ ਜਾ ਰਿਹਾ। ਉਹਦਾ ਕਾਰਨ ਕੀ ਹੈ? ਕਾਰਨ ਇਹ ਦੱਸਿਆ ਜਾਂਦਾ ਹੈ ਕਿ ਇੱਥੇ ਰੋਜ਼ਗਾਰ ਨਹੀਂ ਹੈਗਾ, ਇੱਥੇ ਆਪਾਂ ਸੇਫ ਨਹੀਂ ਹੈਗੇ, ਇੱਥੇ ਆਪਣੇ ਕੋਲੇ ਮੌਕੇ ਨਹੀਂ ਹੈਗੇ, ਇੱਥੇ ਆਪਣੀ ਅੱਗੇ ਸਕੋਪ ਨਹੀਂ ਹੈਗਾ। ਇਹ ਜਿਹੜੀਆਂ ਸਾਰੀਆਂ ਗੱਲਾਂ ਹੁੰਦੀਆਂ ਰਾਜੇ, ਇੱਕ ਪ੍ਰੋਪੋਗੰਡਾ ਦੇ ਥਰੂ ਆਪਣੇ ਦਿਮਾਗ 'ਚ ਭਰੀਆਂ ਜਾਂਦੀਆਂ ਕਿ ਕੁਛ ਇਹਦੇ ਪਿੱਛੇ ਮਕਸਦ ਹੋ ਸਕਦਾ ਬਹੁਤ ਵੱਡਾ। ਚਲੋ ਉਹਦੇ ਤੇ ਆਪਾਂ ਚਰਚਾ ਨਹੀਂ ਕਰਾਂਗੇ, ਆਪਾਂ ਆਪਦੀ ਗੱਲ ਕਰਦੇ ਹਾਂ, ਆਪਣੇ ਕੰਮ ਦੀ ਗੱਲ ਕਰਦੇ ਹਾਂ। ਚਲੋ ਆਪਾਂ ਕਿਸੇ ਤੋਂ ਕੀ ਲੈਣਾ, ਜੋ ਮਰਜ਼ੀ ਕਰੀ ਜਾਵੇ, ਬਟ ਆਪਾਂ ਆਪਦੀ ਕੰਮ ਦੀ ਗੱਲ ਕਰਦੇ ਹਾਂ। ਆਪਾਂ ਅਗਰ ਮਕਸਦ ਲਾ ਕੇ ਚੱਲੀਏ, ਆਪਾਂ ਨੂੰ ਕੀ ਚਾਹੀਦਾ ਇਸ ਟਾਈਮ ਤੇ? ਸਭ ਨੂੰ, ਆਪਾਂ ਜਿਹੜੇ ਪਲੇਟਫਾਰਮ ਤੇ ਜੁੜੇ ਹੋਏ ਹਾਂ, ਆਪਾਂ ਨੂੰ ਜੌਬ ਚਾਹੀਦੀ ਹੈ। ਜੌਬ, ਇੱਕ ਸਰਕਾਰੀ ਜੌਬ, ਇੱਕ ਵਧੀਆ ਜੌਬ, ਜਿੱਥੇ ਬੈਠ ਕੇ ਅਸੀਂ ਕੀ ਕਰ ਸਕੀਏ, ਜਿਸ ਜੌਬ ਤੇ ਬੈਠ ਕੇ ਇੱਕ ਇਮਾਨਦਾਰੀ ਨਾਲ ਕੰਮ ਕਰ ਸਕੀਏ ਤੇ ਨਾਲ ਪੈਸਾ ਕਮਾ ਸਕੀਏ, ਆਪਣੇ ਘਰ ਨੂੰ ਚਲਾਉਣ ਵਾਸਤੇ, ਤੇ ਵਧੀਆ ਫਿਊਚਰ ਦੇ ਸਕੀਏ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ, ਜਾਣੀ ਕਿ ਆਪਣੇ ਬੱਚਿਆਂ ਨੂੰ। ਹੁਣ ਦੇਖੋ, ਕਈ ਬੱਚੇ ਤਿਆਰੀ ਕਰਦੇ ਆ, ਕਈ 4-5 ਸਾਲ ਤਿਆਰੀ ਕਰਦੇ ਆ, ਕਈ 10 ਸਾਲ ਤਿਆਰੀ ਕਰਦੇ ਆ, 5-7 ਸਾਲ ਵੀ ਤਿਆਰੀ ਕਰਦੇ, ਉਹਨਾਂ ਨੂੰ ਕਈ ਵਾਰ ਜੌਬ ਨਹੀਂ ਮਿਲਦੀ। ਕੋਈ ਬੱਚਾ 2 ਮਹੀਨੇ ਤਿਆਰੀ ਕਰਕੇ ਵੀ ਜੌਬ ਲੈ ਲੈਂਦਾ, ਹਨਾ। ਸਭ ਦੀ ਆਪਣੀ ਆਪਣੀ ਕੈਪੇਬਿਲਿਟੀ ਵੀ ਹੈ। ਮੈਂ ਜਿਵੇਂ ਕਹਿੰਦਾ ਹੀ ਹੁੰਨਾ ਬੇਟੇ, 70% ਤੁਹਾਡੀ ਮਿਹਨਤ ਹੁੰਦੀ ਹੈ, 30% ਤੁਹਾਡਾ ਲੱਕ ਹੁੰਦਾ। ਹੋ ਸਕਦਾ ਉਹਦੇ ਕਰਮ ਚੰਗੇ ਹੋਣ, ਉਹਨੇ ਪਿਛਲੇ ਜਨਮ 'ਚ ਕੀ ਕੁਛ ਕੀਤਾ ਹੋਇਆ, ਇਹ ਚੀਜ਼ ਬਹੁਤ ਮੈਟਰ ਕਰਦੀ ਹੈ ਆਪਣੀ। ਬਟ 70% ਅਗਰ ਆਪਾਂ ਦੇ ਰਹੇ ਹਾਂ ਨਾ, ਤਾਂ 70% ਜਿਹੜਾ ਆਪਾਂ ਟਾਈਮ ਆਪਾਂ ਲਗਾਇਆ, ਉਹ ਇੱਕ ਨਾ ਇੱਕ ਦਿਨ ਆਪਾਂ ਨੂੰ ਪੇ ਕਰਨਗੇ ਪ੍ਰਮਾਤਮਾ, ਇਹ ਮੇਰਾ ਵਿਸ਼ਵਾਸ ਹੈ। ਇਹ ਹੁੰਦਾ 101% ਹੁੰਦਾ, ਉਹ ਆਪਾਂ ਨੂੰ ਮਿਲਦਾ ਹੀ ਮਿਲਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਜੌਬ ਨਹੀਂ ਮਿਲੀ, ਕਿਸੇ ਹੋਰ ਰੂਪ 'ਚ ਮਿਲ ਜੂਗਾ। ਤਾਂ ਗੱਲ ਹੁਣ ਇਹ ਆ ਵੀ ਦੇਖੋ, ਬੱਚੇ ਕਹਿੰਦੇ ਆ ਜੀ, ਜਦੋਂ ਮੈਨੂੰ ਮਿਲਦੇ ਆ ਜਾਂ ਮੈਸੇਜ ਤੇ ਗੱਲ ਹੁੰਦੀ ਆ ਵੀ ਅਸੀਂ ਤਾਂ ਜਾਣਾ ਚਾਹੁੰਦੇ ਆ ਜੀ ਪੰਜਾਬ 'ਚ, ਦੇਖੋ ਕਿੰਨੇ ਮੁੱਦੇ ਆ ਜੀ,
ਪਹਿਲੀ ਗੱਲ ਤਾਂ ਜੀ ਰਿਕਰੂਟਮੈਂਟ 1 ਸਾਲ ਦੇ ਵਿੱਚ ਪੂਰੀ ਨਹੀਂ ਹੁੰਦੀ, ਜੇ ਹੁੰਦੀ ਹੈ ਤਾਂ ਕੋਈ ਸਕੈਮ ਹੋ ਜਾਂਦਾ ਹੈ, ਪੇਪਰ ਕੈਂਸਲ ਹੋ ਜਾਂਦੇ ਆ, ਫਲਾਨਾ ਹੋ ਜਾਂਦਾ ਹੈ, ਸੈਂਟਰ ਬਹੁਤ ਦੂਰ ਆਉਂਦੇ ਆ, ਮਤਲਬ ਐਨ ਨੰਬਰ ਆਫ ਪ੍ਰੋਬਲਮ ਹੈਗੀਆਂ ਨੇ। ਪਰ ਮੈਂ ਇੱਕ ਗੱਲ ਹੀ ਕਹਿਣਾ ਹੁੰਦਾ ਉਹਨਾਂ ਨੂੰ, ਦੇਖੋ ਇੱਕ ਗੱਲ ਕਹਿੰਦੇ ਹੁੰਦੇ ਆ, ਆਪਣਾ ਘਰ ਹੈ, ਠੀਕ ਆ, ਆਪਾਂ ਘਰ ਦੇ ਵਿੱਚ ਰਹਿੰਦੇ ਆ, ਹੁਣ ਘਰ ਦੇ ਵਿੱਚ ਗੰਦ ਪੈ ਗਿਆ, ਘਰ ਵਿੱਚ ਸਫਾਈ ਕਰਨ ਵਾਲੀ ਆ, ਗੰਦ ਪੈ ਗਿਆ, ਕੀ ਤੁਸੀਂ ਘਰ ਨੂੰ ਸਾਫ਼ ਕਰੋਗੇ ਜਦੋਂ ਗੰਦ ਪੈ ਗਿਆ, ਜਾਂ ਫਿਰ ਘਰ ਛੱਡ ਕੇ ਚਲੇ ਜਾਓਗੇ, ਦੂਜਾ ਘਰ ਲੈ ਲਓਗੇ? ਮੈਂ ਇੱਕ ਕੁਐਸਚਨ ਹੈ ਮੇਰਾ ਆਪਦੇ ਵੱਲੋਂ, ਮੇਰੇ ਦਿਲ ਤੋਂ ਸਭ ਨੂੰ ਕੁਐਸਚਨ ਹੈ, ਮੈਂ ਆਪਣੇ ਆਪ ਨੂੰ ਵੀ ਕਰਦਾ ਕਿ ਸਪੋਜ਼ ਮੇਰੇ ਘਰ ਦੇ ਵਿੱਚ ਗੰਦ ਪੈ ਗਿਆ, ਅਗਰ ਮੇਰੇ ਘਰ ਵਿੱਚ ਗੰਦ ਪਿਆ ਹੋਇਆ ਹੈ, ਕੀ ਮੈਂ ਉਸ ਘਰ ਨੂੰ ਸਾਫ਼ ਕਰੂੰਗਾ ਜਾਂ ਘਰ ਛੱਡ ਕੇ ਚਲਾ ਜਾਊਂਗਾ? ਇਹਦਾ ਜਵਾਬ ਤੁਸੀਂ ਦੇ ਸਕਦੇ ਹੋ, ਪਰ ਮੈਂ ਆਪਦੇ ਆਪ ਨੂੰ ਆਪਦੇ ਵਿੱਚ ਤੁਹਾਡੇ ਨਾਲ ਰੱਖ ਕੇ ਕਹਿ ਰਿਹਾ ਕਿ ਅਗਰ ਮੇਰਾ ਘਰ ਗੰਦਾ ਹੋਊਗਾ ਤਾਂ ਮੈਂ ਘਰ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰੂੰਗਾ। ਹਾਂ, ਕੀ ਪਤਾ ਮੇਰੇ 'ਚ ਇੰਨੀ ਕੈਪੇਬਿਲਿਟੀ ਨਾ ਹੋਵੇ ਕਿ ਮੈਂ ਘਰ ਨੂੰ ਇੱਕ ਦਿਨ 'ਚ ਸਾਫ਼ ਨਾ ਕਰ ਸਕਦਾ ਹੋਵਾਂ, ਪਰ ਮੈਂ ਇੱਕ ਕਮਰਾ, ਇੱਕ ਕੁਰਸੀ, ਇੱਕ ਮੇਜ਼ ਤਾਂ ਸਾਫ਼ ਕਰੂੰਗਾ ਨਾ ਘੱਟੋ ਘੱਟ। ਤਾਂ ਐਵੇਂ ਰਾਜੇ ਅਗਰ ਜਿਹੜੇ ਮੁੱਦੇ ਹੈਗੇ ਆ, ਇਹ ਜਿਹੜੇ ਮੁੱਦੇ ਆ, ਜਾਂ ਸਰਕਾਰਾਂ ਆਪਣੇ ਨਾਲ ਧੱਕਾ ਕਰਦੀਆਂ ਨੇ, ਜਾਂ ਆਪਾਂ ਆਪਣੇ ਹੱਕਾਂ ਦੇ ਪ੍ਰਤੀ ਅਵੇਅਰ ਨਹੀਂ ਹੈਗੇ ਆਪਾਂ, ਤਾਂ ਇਹ ਕੌਣ ਕਸੂਰਵਾਰ ਹੈ ਉਹਦੇ ਵਿੱਚ? ਕੱਲੀਆਂ ਸਰਕਾਰਾਂ ਨਹੀਂ ਕਸੂਰਵਾਰ ਹੈਗੀਆਂ, ਆਪਾਂ ਵੀ ਕਸੂਰਵਾਰ ਹੈਗੇ ਆ। ਆਪਾਂ ਉਹਨਾਂ ਚੀਜ਼ਾਂ ਤੋਂ ਲੜਨ ਦੀ ਬਜਾਏ ਕੀ ਕਰ ਰਹੇ ਹਾਂ, ਉਹਨਾਂ ਤੋਂ ਕੰਨੀ ਕਤਰਾ ਰਹੇ ਹਾਂ, ਭੱਜ ਰਹੇ ਹਾਂ ਉੱਥੋਂ, ਠੀਕ ਹੈ। ਹੁਣ ਅਗਰ ਮੈਂ ਦੇਖਾਂ, ਦੇਖੋ ਪਟਵਾਰੀ ਦੀ ਜੌਬ ਦੇ ਵਿੱਚ ਘੱਟੋ ਘੱਟ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਬੱਚੇ, ਜਦੋਂ 1000 ਕੁਛ ਪੋਸਟਾਂ ਆਈਆਂ ਸੀ, ਮੰਨ ਲਓ 1100 ਪੋਸਟਾਂ ਆਈਆਂ ਸੀਗੀਆਂ, ਮੈਂ ਇਹ ਨਹੀਂ ਕਹਿੰਦਾ ਮੇਰੇ ਪੜ੍ਹਾਏ ਲੱਗੇ, ਜਿੱਥੋਂ ਵੀ ਪੜ੍ਹੇ ਬੱਚੇ ਲੱਗੇ, ਇਮਾਨਦਾਰੀ ਨਾਲ ਲੱਗੇ, ਪਰ ਜਿਹੜੇ ਮੈਨੂੰ ਮੈਸੇਜ ਆਏ ਸੀ ਘੱਟੋ ਘੱਟ 400 ਤੋਂ 500 ਮੈਸੇਜ ਆਇਆ ਸੀ ਜਦੋਂ ਬੱਚੇ ਦੀ ਜੁਆਇਨਿੰਗ ਹੋਈ ਹੈ। ਤਾਂ ਕਹਿਣ ਦਾ ਭਾਵ, ਅਗਰ 1100 ਬੱਚੇ ਆਪਾਂ ਮੰਨ ਕੇ ਚੱਲੀਏ, ਆਪਾਂ 1100 ਤੋਂ 1100 ਆਪਾਂ ਕਹਿੰਦੇ ਪ੍ਰਮਾਤਮਾ ਕਰਨ ਸਾਰੇ ਇਮਾਨਦਾਰ ਹੈਗੇ ਆ ਬੱਚੇ, ਪਰ ਅਗਰ ਆਪਾਂ ਐਵਰੇਜ ਵੀ ਲਾਈਏ ਕਿ 800 ਬੱਚਾ ਇਮਾਨਦਾਰ ਲੱਗ ਗਿਆ, ਜੇ ਉਹ 800 ਬੱਚਾ ਜਦੋਂ ਪਟਵਾਰੀ ਦੀ ਪੋਸਟ ਤੇ ਕੁਰਸੀ ਤੇ ਬੈਠਾ ਹੋਊਗਾ ਰਾਜੇ, ਉਹਨਾਂ ਨੇ ਇੱਕ ਪ੍ਰਣ ਕਰ ਲਿਆ ਕਿ ਅਸੀਂ ਰਿਸ਼ਵਤ ਨਹੀਂ ਲੈਣੀ, ਅਸੀਂ ਮਿਹਨਤ ਕਰਕੇ ਅੱਗੇ ਆਏ ਹਾਂ, ਤਾਂ ਦੇਖੋ ਉਹ ਸਿਸਟਮ ਬਦਲ ਸਕਦੇ ਆ। ਹੁਣ ਦੇਖੋ ਦੋ ਆਪਸ਼ਨਾਂ ਹੁੰਦੀਆਂ, ਇੱਕ ਤਾਂ ਸਿਸਟਮ ਦਾ ਹਿੱਸਾ ਬਣ ਜਾਓ, ਜਾਂ ਫਿਰ ਸਿਸਟਮ ਨੂੰ ਬਦਲ ਲਓ, ਔਰ ਬਦਲਣ ਵਾਸਤੇ ਮੁਸ਼ਕਲਾਂ ਤਾਂ ਆਉਂਦੀਆਂ ਹੀ ਆਉਂਦੀਆਂ, ਹਨਾ, ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ। ਕਹਿਣ ਦਾ ਮਤਲਬ, ਅਗਰ ਜੇ 1100 ਬੱਚੇ ਵੀ ਇਹ ਸੋਚਦੇ ਕਿ ਨਹੀਂ ਯਾਰ ਅਸੀਂ ਤਿਆਰੀ ਨਹੀਂ ਕਰਨੀ, ਇੱਥੇ ਤਾਂ ਦੇਖੋ ਪਟਵਾਰੀ ਲੱਗਣ ਤੋਂ ਬਾਅਦ ਵੀ 5000 ਰੁਪਇਆ ਮਿਲਦਾ ਹੈ, ਜਾਂ ਅੱਗੇ ਪੈਨਸ਼ਨ ਨਹੀਂ ਹੈਗੀ, ਜਾਂ ਫਲਾਨਾ ਨਹੀਂ ਹੈਗਾ, ਇਹ ਬੰਦੇ ਬਾਹਰ ਚਲੇ ਜਾਂਦੇ, ਤਾਂ ਕੀ ਕਰਾਂਗੇ ਆਪਾਂ, ਕਿਵੇਂ ਕਰੀ ਜਾਵਾਂਗੇ? ਹੁਣ ਦੇਖੋ ਬਾਹਰ ਦੀ ਗੱਲ ਦੱਸਦਾ ਤੁਹਾਨੂੰ ਮੈਂ, ਬਾਹਰ ਜਾ ਕੇ ਆਪਾਂ ਕੀ ਕਰਦੇ ਹਾਂ, ਆਪਾਂ ਨੂੰ ਕੋਈ ਬਹੁਤ ਜ਼ਿਆਦਾ ਵਾਈਟ ਕਾਲਰ ਜੌਬ ਨਹੀਂ ਮਿਲਦੀਗੀ, ਆਪਾਂ ਉੱਥੇ ਲੇਬਰ ਹੀ ਕਰਦੇ ਹਾਂ। ਦੇਖੋ ਕਿ ਸਟੋਰ ਦੇ ਵਿੱਚ ਕੰਮ ਕਰਦੇ ਹਾਂ ਤਾਂ ਵੀ ਉਹ ਲੇਬਰ ਹੈ, ਟਰੱਕ ਚਲਾ ਰਹੇ ਹਾਂ ਤਾਂ ਵੀ ਉਹ ਲੇਬਰ ਵਾਂਗੂ ਹੀ ਹੈ, ਜੋ ਮਰਜ਼ੀ ਕਰ ਰਹੇ ਹਾਂ ਕਿ ਲੇਬਰ ਕਰ ਰਹੇ ਹਾਂ ਆਪਾਂ ਉੱਥੇ, ਠੀਕ ਹੈ। ਤੇ ਹੁਣ ਦੇਖੋ ਮੇਰੀ ਗੱਲ ਸੁਣੋ, ਘਰ ਦੇ ਵਿੱਚ ਆਪਣੇ ਗੰਦ ਪਿਆ ਹੋਇਆ, ਆਪਾਂ ਦੇਖੋ ਘਰ ਛੱਡ ਕੇ ਬਾਹਰਲੇ ਘਰ ਚਲੇ ਜਾਈਏ, ਵਿਦੇਸ਼ ਚਲੇ ਜਾਈਏ, ਕੀ ਤੁਸੀਂ ਜਿਹੜੇ ਆ ਮੁੱਦੇ ਹੈਗੇ ਆ, ਮੰਨ ਲਓ ਅੱਜ ਤੁਸੀਂ ਛੱਡ ਕੇ ਚਲੇ ਜਾਂਦੇ ਹੋ, ਤਾਂ ਅਗਲੀ ਆਉਣ ਵਾਲੀ ਜਨਰੇਸ਼ਨ ਵਾਸਤੇ ਆਪਾਂ ਕੀ ਦੇ ਕੇ ਜਾ ਰਹੇ ਹਾਂ, ਜਾਂ ਆਪਣੇ ਬੱਚਿਆਂ ਨੂੰ ਕੀ ਦੇ ਰਹੇ ਹਾਂ? ਮੰਨ ਲਓ ਆਪਾਂ ਸੈੱਟ ਹੋ ਗਏ, ਆਪਣੇ ਬੱਚੇ ਵੀ ਬਾਹਰ ਸੈੱਟ ਹੋ ਗਏ, ਕਦ ਤੱਕ ਚੱਲਦਾ ਰਹੂਗਾ? ਜਾਂ ਤੁਸੀਂ ਕਿੰਨੇ ਕੁ ਜ਼ਮੀਰ ਮਾਰ ਕੇ ਦੇਖੋ, ਮੰਨ ਲਓ ਮੈਂ ਅੱਜ ਛੱਡ ਕੇ ਭੱਜ ਗਿਆ ਇੱਥੋਂ, ਠੀਕ ਹੈ, ਕੱਲ ਨੂੰ ਪੰਜਾਬ ਦੇ ਵਿੱਚ ਕੋਈ ਵੀ ਵਾਰਦਾਤ ਹੁੰਦੀ ਹੈ, ਕੁਝ ਵੀ ਕੰਮ ਹੁੰਦਾ, ਮੈਨੂੰ ਉੱਥੇ ਖਬਰ ਤਾਂ ਪਹੁੰਚੂਗੀ ਨਾ, ਤਾਂ ਮੇਰੀ ਆਤਮਾ ਤਾਂ ਅੰਦਰੋਂ ਝੰਜੋੜੂਗੀ ਨਾ ਵੀ ਹਾਂ ਯਾਰ ਮੈਂ ਇਹ ਚੀਜ਼ਾਂ ਛੱਡ ਕੇ ਆਇਆ, ਇਹ ਹਨਾ, ਕਿੰਨੀ ਕੁ ਦੇਰ ਕੰਨੀ ਕਤਰਾਉਂਦੇ ਰਹੋਗੇ ਉਹਨਾਂ ਚੀਜ਼ਾਂ ਤੋਂ? ਤਾਂ ਮੇਰਾ ਕਹਿਣ ਦਾ ਭਾਵ ਹੈਗਾ, ਆਪਸ਼ਨਾਂ ਤੁਹਾਡੇ ਕੋਲੇ ਹੈਗੀਆਂ, ਦੇਖੋ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਨਾ ਜਾਓ ਆਈਲੈਟਸ, ਮਤਲਬ ਨਾ ਕਰੋ, ਬਟ ਫੈਸਲਾ ਆਪਦਾ ਹੁੰਦਾ ਹੈ। ਮੇਰੇ ਜੋ ਮਨ ਦੇ, ਮੇਰੀ ਜੋ ਸੋਚ ਹੈ ਕਿ ਜੇ ਮੇਰੇ ਪੰਜਾਬ, ਦੇਖੋ ਪੰਜਾਬ ਆਪਣੇ ਸਾਰਿਆਂ ਦਾ ਹੈ, ਠੀਕ ਹੈ। ਇਹ ਹੁਣ ਕਈ ਬੰਦੇ, ਦੇਖੋ ਗੁੱਸਾ ਨਾ ਕਰਿਓ, ਕਈ ਬੰਦੇ ਆਈਲੈਟਸ, ਜੀ ਮੈਂ ਆਈਲੈਟਸ ਕਰਨਾ ਹੈ, ਤਾਂ ਮਾਫ ਕਰਿਓ, ਉਹਨਾਂ ਨੂੰ ਆਈਲੈਟਸ ਦੀ ਫੁੱਲ ਫਾਰਮ ਨਹੀਂ ਪਤਾ ਹੋਊਗੀ, ਆਈਲੈਟਸ ਦੀ ਫੁੱਲ ਫਾਰਮ ਹੈ ਕੀ ਹੈ, ਬਹੁਤਿਆਂ ਨੂੰ ਨਹੀਂ ਪਤਾ ਹੋਊਗੀ। ਅਗਰ ਮੈਂ ਕਮੈਂਟ ਬਾਕਸ 'ਚ ਪੁੱਛੂੰਗਾ ਨਾ ਵੀ ਆਈਲੈਟਸ ਦੀ ਫੁੱਲ ਫਾਰਮ ਕੀ ਹੈ, ਗੂਗਲ ਕਰਨ ਲੱਗ ਜਾਣਗੇ ਹੁਣ, ਠੀਕ ਹੈ। ਤਾਂ ਮਾਫ ਕਰਿਓ, ਇਹ ਆਈਲੈਟਸ ਦਾ ਨਾ ਇੱਕ ਮਤਲਬ ਦਿਮਾਗ 'ਚ ਬਿਠਾ ਲਿਆ ਕਿ ਕੀ ਬੰਦਾ ਕੋਈ ਗਾਰੰਟੀ ਲਿਖ ਕੇ ਦੇ ਸਕਦਾ ਕਿ ਮੈਂ ਆਈਲੈਟਸ ਕਰ ਲਿਆ, ਮੈਂ ਬਾਹਰ ਚਲਾ ਗਿਆ, ਮੇਰੀਆਂ ਸਾਰੀਆਂ ਪ੍ਰੋਬਲਮ ਖਤਮ ਹੋ ਜਾਣਗੀਆਂ, ਮੇਰਾ ਸਾਰਾ ਮਤਲਬ ਮੈਂ ਬਹੁਤ ਅਮੀਰ ਹੋ ਜਾਊਂਗਾ? ਫਾਈਨੈਂਸ਼ੀਅਲੀ ਜ਼ਰੂਰ, ਹਾਂ ਫਾਈਨੈਂਸ਼ੀਅਲੀ ਜ਼ਰੂਰ ਹੈ ਕਿ ਜਦੋਂ ਮੈਂ ਪਹੁੰਚ ਜਾਊਂਗਾ, ਮੇਰੇ ਨਾਲ ਦੇ ਨਾਲ ਆਊਟਪੁੱਟ ਆਉਣੀ ਸ਼ੁਰੂ ਹੋ ਜਾਊਗੀ, ਮੈਂ ਕੰਮ ਕਰੂੰਗਾ, ਮੈਨੂੰ ਨਾਲ ਨਾਲ ਪੈਸੇ ਮਿਲਣਗੇ। ਇੱਥੇ ਪੰਜਾਬ ਦੇ ਵਿੱਚ ਇਹ ਨਹੀਂ ਹੈਗਾ, ਚਲੋ ਆਪਾਂ ਜੌਬ ਲੱਗਾਂਗੇ ਉਸ ਤੋਂ ਬਾਅਦ ਸੈਲਰੀ ਮਿਲੂਗੀ, ਪਰ ਜਿਹੜੀ ਚੀਜ਼ ਇੱਥੇ ਰਹਿ ਕੇ ਆਪਾਂ ਕਰ ਸਕਦੇ ਹਾਂ, ਜਾਂ ਇੱਥੇ ਜੌਬ ਤੇ ਬਹਿ ਕੇ ਆਪਾਂ ਕੰਮ ਕਰਾਂਗੇ, ਉਹ ਆਪਣੇ ਪੰਜਾਬ ਵਾਸਤੇ ਕਰਾਂਗੇ, ਉਹਦਾ ਇੱਕ ਵੱਖਰਾ ਨਜ਼ਾਰਾ ਹੈ। ਉਹ ਜੋ ਤੁਸੀਂ ਕਰੋਗੇ ਤੁਹਾਨੂੰ ਪਤਾ ਲੱਗ ਜਾਊਗਾ, ਡਿਫਰੈਂਸ ਪਤਾ ਲੱਗ ਜਾਊਗਾ। ਤੁਸੀਂ ਨਹੀਂ, ਕਿਉਂਕਿ ਮੇਰੇ ਸਾਰੇ ਆਲਮੋਸਟ ਮੇਰੇ ਨਾਲ ਦੇ ਕਲਾਸਮੇਟ ਕਹਿ ਲਓ, ਜਾਂ ਮੇਰੇ ਆਂਢੀ ਗੁਆਂਢੀ ਕਹਿ ਲਓ, ਜਾਂ ਮੇਰੇ ਜਿਹੜੇ ਦਾਇਰੇ ਦੇ ਲੋਕ ਹੈਗੇ ਉਹ ਬਾਹਰ ਹੈ, ਪਰ ਉਹ ਬਾਹਰ ਰਹਿ ਕੇ ਬਹੁਤ ਮੈਚਿਓਰ ਬੰਦੇ ਨੇ, ਉਹ ਕਿਸੇ ਨਾ ਕਿਸੇ ਮਜਬੂਰੀ 'ਚ ਗਿਆ ਹੋਇਆ, ਕੋਈ ਕਿਸੇ ਦੇ ਘਰ ਦੇ ਪਹਿਲਾਂ ਰਹਿੰਦੇ ਸੀਗੇ, ਤਾਂ ਉਹ ਦੱਸਦੇ ਆ ਮਤਲਬ ਕਿ ਮੈਂ ਕੋਈ ਉੱਥੇ, ਦੇਖੋ ਮੈਂ ਤਾਂ ਬਾਹਰ ਗਿਆ ਨਹੀਂ, ਔਰ ਨਾ ਹੀ ਮੇਰਾ ਜਾਣ ਦਾ ਕੋਈ ਮੂਡ ਹੈਗਾ, ਨਾ ਮੈਨੂੰ ਪ੍ਰਮਾਤਮਾ ਲੈ ਕੇ ਜਾਵੇ, ਮੈਂ ਤਾਂ ਕਹਿੰਦਾ ਕੋਈ ਮਜਬੂਰੀ 'ਚ ਕਿਤੇ ਇਹ ਨਾ ਹੋਵੇ ਕੱਲ ਨੂੰ ਮੈਨੂੰ ਵੀ ਜਾਣਾ ਪੈ ਜਾਵੇ, ਕੋਈ ਮੈਨੂੰ ਲੈ ਜਾਵੇ ਕਿਸੇ ਤਰੀਕੇ ਨਾਲ, ਪਰਿਵਾਰਿਕ ਕਈ ਵਾਰੀ ਇੰਨੀਆਂ ਬੰਦਿਸ਼ਾਂ ਹੋ ਜਾਂਦੀਆਂ, ਜਾਣਾ ਪੈ ਜਾਂਦਾ ਹੈ। ਕਹਿਣ ਦਾ ਭਾਵ ਉਹ ਦੱਸਦੇ ਨੇ ਕਿ ਉਹ ਚੀਜ਼ ਇੱਕ ਡਿਫਰੈਂਟ ਲਾਈਫ ਹੈ, ਜਿਹੜੀ ਪੰਜਾਬ ਦੇ ਵਿੱਚ ਇੱਕ ਡਿਫਰੈਂਟ ਲਾਈਫ ਹੈ, ਉਹ ਉੱਥੇ ਬੈਠ ਕੇ ਪੰਜਾਬ ਬਾਰੇ ਹੀ ਸੋਚਦੇ ਨੇ। ਹੁਣ ਆਪਾਂ ਨੂੰ ਲੱਗਦਾ ਹੈ ਆਪਾਂ ਨਹੀਂ ਸੋਚਾਂਗੇ ਉੱਥੇ ਜਾ ਕੇ, ਲੇਕਿਨ ਉਹ ਉੱਥੇ ਬੈਠ ਕੇ ਪੰਜਾਬ ਬਾਰੇ ਹੀ ਸੋਚਦੇ ਨੇ। ਹੁਣ ਦੇਖੋ, ਚਲੋ ਮੰਨ ਲਓ ਇੱਕ ਵਾਰੀ ਆਪਾਂ ਪੰਜਾਬ ਛੱਡ ਕੇ ਚਲੇ ਗਏ, ਮੰਨ ਲਓ ਆਪਣੀਆਂ ਜ਼ਮੀਨਾਂ ਵੀ ਛੱਡਤੀਆਂ, ਹੁਣ ਜਿਹੜੇ ਮੇਰੇ ਭਰਾ ਹੋਣਗੇ ਕਈਆਂ ਕੋਲ ਜ਼ਮੀਨਾਂ ਵੀ ਹੋਣਗੇ, ਜ਼ਮੀਨਾਂ ਵੀ ਛੱਡਤੀਆਂ, ਇਹ ਧਰਤੀ ਛੱਡਤੀ, ਮੰਨ ਲਓ ਇਹ ਧਰਤੀ ਛੱਡਤੀ, ਮੰਨ ਲਓ ਇੱਕ ਸਿੰਗਲ ਘਰ ਵੀ ਸੀਗਾ ਮੇਰਾ ਛੱਡਤਾ, ਯਾਰ ਇਹ ਘਰ ਕਿਹਨਾਂ ਦਾ ਘਰ ਹੈ? ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ ਹੈ, ਇਹ ਧਰਤੀ ਜਿੱਥੇ ਬਾਬੇ ਨਾਨਕ ਨੇ ਹਾਲ ਚਲਾਇਆ ਹੈ, ਇਹ ਧਰਤੀ ਭਗਤ ਕਬੀਰ ਜੀ ਦੀ ਹੈ, ਇਹ ਧਰਤੀ
ਹਰਿਕ੍ਰਿਸ਼ਨ ਮਤਲਬ ਕਿ ਮਹਾਰਾਜ ਕ੍ਰਿਸ਼ਨ ਮਹਾਰਾਜ ਦੀ ਹੈ। ਇਹ ਧਰਤੀ ਆਪਣੇ ਸਾਰਿਆਂ ਦੀ ਸਾਂਝੀ ਹੈ ਯਾਰ। ਕੀ ਆਪਾਂ ਇਹਨੂੰ ਛੱਡ ਕੇ ਮਤਲਬ ਇੱਥੇ ਗੰਦ ਪੈ ਰਿਹਾ ਤਾਂ ਆਪਾਂ ਇਹਨੂੰ ਕੰਨੀ ਕਤਰਾ ਕੇ ਭੱਜਾਂਗੇ? ਫਿਰ ਆਪਾਂ ਇੱਕ ਨਲਾਇਕ ਪੁੱਤਰ ਹੋ ਗਏ, ਆਪਾਂ ਕੋਈ ਬਹੁਤੇ ਲਾਇਕ ਪੁੱਤਰ ਨਹੀਂ ਹੈਗੇ ਗੇ, ਠੀਕ ਹੈ। ਚਾਹੇ ਆਪਾਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹਾਂ, ਤਾਂ ਧਰਤੀ ਆਪਣੇ ਸਾਰੇ ਗੁਰੂ ਪੀਰਾਂ ਦੀ ਸਾਂਝੀ ਹੈ ਇਹ। ਤਾਂ ਇਹ ਧਰਤੀ ਨੂੰ ਅਗਰ ਆਪਾਂ ਛੱਡ ਕੇ ਵਿਦੇਸ਼ ਜਾ ਕੇ ਆਪਾਂ ਚਾਹੁੰਦੇ ਹਾਂ ਕਿ ਹਾਂ ਆਪਾਂ ਗੁਲਾਮੀ ਕਰਾਂਗੇ ਨਾ, ਜਿਹੜੀਆਂ ਇੰਨੀਆਂ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਜੀ ਜਾਂ ਹੋਰ ਵੀ ਗਦਰੀ ਬਾਬੇ ਹੋ ਗਏ, ਜਿੰਨੇ ਵੀ ਮਤਲਬ ਰਾਜਗੁਰੂ ਸੁਖਦੇਵ, ਜਿੰਨੇ ਵੀ ਆਪਣੇ ਮਤਲਬ ਕਿ ਕ੍ਰਾਂਤੀਕਾਰੀ ਹੋਏ ਆ, ਕਿ ਉਹਨਾਂ ਨੇ ਇਹਨਾਂ ਚੀਜ਼ਾਂ ਵਾਸਤੇ ਕ੍ਰਾਂਤੀ ਕੀਤੀ ਸੀ ਜਾਂ ਕੁਰਬਾਨੀ ਦਿੱਤੀ ਸੀ ਕਿ ਹਾਂ ਇੱਕ ਦਿਨ ਸਾਡੇ ਜਿਹੜੇ ਅਗਲੇ ਸਾਡੀ ਜਨਰੇਸ਼ਨ ਹੋਊਗੀ ਉਹ ਉਹਨਾਂ ਦੀ ਗੁਲਾਮੀ ਕਰਨ ਜਾਊਗੀ ਬਾਹਰ। ਗੁਲਾਮੀ ਕਰ ਰਹੇ ਆ ਨਾ ਆਪਾਂ। ਤਾਂ ਇਹ ਦੇਖੋ ਦੇਰ ਹੋ ਸਕਦੀ ਹੈ। ਬਾਕੀ ਮੈਂ ਕਹਿੰਦਾ ਹੁੰਦਾ ਹਮੇਸ਼ਾ ਵੀ ਜੌਬ, ਹਰ ਇੱਕ ਚੀਜ਼ ਜੌਬ ਨਹੀਂ ਹੁੰਦੀ, ਕਿ ਜੌਬ ਤੋਂ ਉੱਪਰ ਵੀ ਬਹੁਤ ਚੀਜ਼ਾਂ ਹੁੰਦੀਆਂ ਨੇ। ਆਪਣੇ ਇੱਥੇ ਨਾ ਇੱਕ ਉਹ ਦਿਮਾਗ 'ਚ ਬਿਠਾ ਦਿੱਤਾ ਗਿਆ ਕਿ ਜੌਬ 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 ਜੌਬ। ਬਿਜ਼ਨਸ ਵੀ ਹੈ ਰਾਜੇ। ਬਿਜ਼ਨਸ ਦੇਖੋ, ਬਿਜ਼ਨਸ ਦੇ ਵਿੱਚ ਮਾਲਕ ਮਾਲਕ ਇੱਕ ਬੰਦਾ ਮਾਲਕ ਹੁੰਦਾ ਹੈ, ਚਾਹੇ ਇੱਕ ਸਿੰਗਲ ਦੁਕਾਨ ਹੀ ਹੋਵੇ ਉਹਦੇ ਕੋਲ, ਉਹ ਮਾਲਕ ਹੁੰਦਾ ਹੈ। ਜੌਬ ਦੇ ਵਿੱਚ ਤੁਸੀਂ ਚਾਹੇ ਕਿੰਨੇ ਮਾੜੀ ਤਕੜੀ ਜੌਬ ਲੈ ਲਈ, ਪਰ ਤੁਸੀਂ ਕੀ ਹੋਵੋਗੇ? ਇੱਕ ਸਰਵੈਂਟ ਹੀ ਹੋਵੋਗੇ। ਚਾਹੇ ਗਵਰਨਮੈਂਟ ਦੇ ਸਰਵੈਂਟ ਆ, ਸਰਵੈਂਟ ਤਾਂ ਸਰਵੈਂਟ ਹੀ ਆ। ਤਾਂ ਮੈਂ ਤਾਂ ਦੇਖੋ, ਮੈਂ ਕਹੂੰਗਾ ਵੀ ਤੁਸੀਂ ਅੱਗੇ ਵਧੋ, ਪੀਸੀਐਸ ਕਲੀਅਰ ਕਰੋ, ਆਈਐਸ ਕਲੀਅਰ ਕਰੋ, ਆਈਆਰਐਸ ਕਲੀਅਰ ਕਰੋ, ਸਾਰੇ ਅੱਛੀਆਂ ਪੋਸਟਾਂ ਤੇ ਤੁਸੀਂ ਜਾਓ। ਜੇ ਤੁਸੀਂ ਅੱਛੀਆਂ ਪੋਸਟਾਂ ਤੇ ਜਾਓਗੇ, ਕੱਲ ਨੂੰ ਤਾਂ ਹੀ ਤੁਸੀਂ ਇਸ ਨੂੰ ਸਿਸਟਮ ਨੂੰ ਚੇਂਜ ਕਰ ਸਕਦੇ ਆ। ਪਰ ਉਹ ਤਾਂ ਹੀ ਕਰੋਗੇ ਨਾ ਅਗਰ ਤੁਸੀਂ ਇਹ ਧਰਤੀ ਨਹੀਂ ਛੱਡ ਕੇ ਜਾਓਗੇ। ਤਾਂ ਦੇਖੋ, ਮੈਂ ਤਾਂ ਇਹੀ ਰਿਕਵੈਸਟ ਕਰੂੰਗਾ, ਮੈਂ ਚਾਹੇ ਤੁਸੀਂ ਮੇਰੇ ਤੋਂ ਛੋਟੇ ਹੋ ਚਾਹੇ ਵੱਡੇ ਹੋ, ਮੈਂ ਤਾਂ ਹੱਥ ਜੋੜ ਕੇ ਤੁਹਾਨੂੰ ਰਿਕਵੈਸਟ ਕਰਦਾ ਵੀ ਇਸ ਧਰਤੀ ਨੂੰ ਨਾ ਛੱਡ ਕੇ ਜਾਓ। ਜ਼ਰੂਰ ਡੈਫੀਨੇਟਲੀ ਦੇਖੋ, ਇੱਕ ਚੀਜ਼ ਦਾ ਮੈਂ ਆਪਣੇ ਜ਼ਿੰਦਗੀ ਦੇ ਵਿੱਚ ਹੰਢਾਇਆ ਹੋਇਆ, ਤੁਸੀਂ ਜੇ 70% ਮਿਹਨਤ ਕਰ ਰਹੇ ਹੋ ਨਾ, 30% ਬਾਰੇ ਨਾ ਸੋਚੋ। ਤੁਹਾਨੂੰ 101% ਇਹਦਾ ਰਿਵਰਟ ਬੈਕ ਮਿਲੇਗਾ, ਚਾਹੇ ਉਹ ਕਿਸੇ ਵੀ ਰੂਪ 'ਚ ਮਿਲੇ। ਚਾਹੇ ਅਗਰ ਤੁਸੀਂ ਜੌਬ ਵਾਸਤੇ ਪੜ੍ਹ ਰਹੇ ਹੋ ਤਾਂ ਤੁਹਾਨੂੰ ਜੌਬ ਮਿਲੂਗੀ, ਜੇ ਨਹੀਂ ਜੌਬ ਮਿਲਦੀ ਤਾਂ ਤੁਹਾਨੂੰ ਉਹਦੇ ਤੋਂ ਉੱਪਰ ਕੋਈ ਚੀਜ਼ ਮਿਲੂਗੀ। ਇਹ 101% ਗਰੰਟੀ ਹੈ, ਚਾਹੇ ਮੇਰੇ ਤੋਂ ਲਿਖਵਾ ਕੇ ਲੈ ਲਓ। ਇਹ ਮੈਂ ਆਪਣੀ ਜ਼ਿੰਦਗੀ 'ਚ ਹੰਢਾਇਆ ਹੋਇਆ ਹੈ, ਠੀਕ ਹੈ। ਤਾਂ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਬੇਟੇ, ਇਹਨਾਂ ਚੀਜ਼ਾਂ ਵੱਲ ਨਾ ਜਾਓ। ਦੇਖੋ ਕਹਿੰਦੇ ਹੁੰਦੇ ਨਾ ਵੀ ਜਦੋਂ ਘਰ ਦੇ ਵਿੱਚ ਅੱਗ ਲੱਗੀ ਹੋਵੇ ਤਾਂ ਆਪਾਂ ਕੰਨੀ ਕਤਰਾ ਕੇ ਭੱਜ ਜਾਈਏ, ਤਾਂ ਆਪਾਂ ਕੀ ਹੋਏ? ਡਰਪੋਕ ਹੀ ਹੋਏ ਨਾ। ਤਾਂ ਡਰਪੋਕ ਨੂੰ ਆਪਾਂ ਸਮਾਜ ਦੇ ਵਿੱਚ ਕਿੰਨੀ ਕੁ ਜ਼ਿਆਦਾ ਉਹ ਰਿਸਪੈਕਟ ਦਿੰਦੇ ਆ। ਦੇਖੋ, ਭਗਤ ਕਬੀਰ ਜੀ ਨੇ ਵੀ ਦੇਖੋ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਕਿਹਾ ਹੋਇਆ ਹੈ। ਕੀ ਕਿਹਾ ਹੋਇਆ ਭਗਤ ਕਬੀਰ ਜੀ ਨੇ? ਦੇਖੋ, ਅਗਰ ਕਹਿੰਦੇ ਵੀ ਜਿਹੜੇ ਸੂਰਮੇ ਹੁੰਦੇ ਨਾ ਰਾਜੇ, ਪਿੱਠ ਵਿਖਾ ਕੇ ਕਦੇ ਨਹੀਂ ਭੱਜਦੇ। ਕਹਿੰਦੇ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, खेत जो मांड्यो सूरमा अब जूझन का दाओ, सूरा सो पहचानिए जो लड़े दीन के हेत, पुरजा पुरजा कट मरे कबू ना छाड़े खेत। ਰਾਜੇ ਸੂਰਮਾ ਕੌਣ ਹੋਊਗਾ? ਆਪਣੇ ਪੰਜਾਬ ਦੇ ਵਿੱਚ ਸੂਰਮੇ ਪੈਦਾ ਹੋਏ ਆ ਨਾ, ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਹੋਏ ਆ, ਸੂਰਮੇ ਤਾਂ ਸੂਰਮੇ ਹੀ ਹੁੰਦੇ ਆ। ਤਾਂ ਸੂਰਮਾ ਕਦੇ ਵੀ ਖੇਤ ਛੱਡ ਕੇ ਨਹੀਂ ਭੱਜਦਾਗਾ। ਕਹਿੰਦਾ ਪੁਰਜਾ ਪੁਰਜਾ ਕੱਟ ਕੇ ਮਰ ਜਾਂਦਾ ਹੈ, ਪੁਰਜਾ ਪੁਰਜਾ, ਠੀਕ ਹੈ। ਆਪਣਾ ਉਹਨਾਂ ਦੇ ਵਾਰਸ ਆ ਜਿਹੜੇ ਪੁਰਜਾ ਪੁਰਜਾ ਕੱਟ ਕੇ ਮਰਨ ਵਾਸਤੇ ਆਪਣੀ ਧਰਤੀ ਵਾਸਤੇ ਤਿਆਰ ਸੀਗੇ। ਤੇ ਆਪਾਂ ਕੀ ਕਰ ਰਹੇ ਹਾਂ? ਆਪਾਂ ਤਾਂ ਪੁਰਜਾ ਕੱਟਣ ਨੂੰ ਹੋ ਹੀ ਨਹੀਂ ਰਹੇ ਇੱਥੇ। ਆਪਾਂ ਤਾਂ ਕੋਈ ਕੁਰਬਾਨੀ ਵੀ ਨਹੀਂ ਦੇਣੀ, ਆਪਾਂ ਤਾਂ ਜਸਟ ਆਪਣੇ ਵਾਸਤੇ ਹੀ ਕਰਨਾ ਨਾ। ਉਹਨਾਂ ਨੇ ਤਾਂ ਦੂਜਿਆਂ ਵਾਸਤੇ ਕੀਤਾ, ਆਪਣੇ ਵਾਸਤੇ ਕੀਤਾ। ਸਿਰਾਂ ਤੇ ਪੱਗਾਂ ਹੈਗੀਆਂ ਤਾਂ ਆਪਣੇ ਨੇ ਕੁਰਬਾਨੀਆਂ ਦਿੱਤੀਆਂ। ਆਪਾਂ ਸਾਰੇ ਧਰਮ ਦੇ ਇੱਥੇ ਅਗਰ ਆਪਾਂ ਜੁਆਇੰਟ ਰਹਿ ਰਹੇ ਹਾਂ ਤਾਂ ਇਹ ਆਪਣਿਆਂ ਨੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ ਤਾਂ ਰਹਿ ਰਹੇ ਹਾਂ ਆਪਾਂ ਇੱਥੇ। ਤਾਂ ਚਲੋ, ਹੁਣ ਜੇ ਆਪਾਂ ਇਹ ਚੀਜ਼ ਤੁਹਾਨੂੰ ਬਹੁਤ ਛੋਟੀ ਲੱਗਦੀ ਹੈ, ਅੱਜ ਨਹੀਂ, ਆਉਣ ਵਾਲੇ 10-15 ਸਾਲ ਤੱਕ ਇਹ ਚੀਜ਼ ਦਾ ਜਿਹੜਾ ਪੇ ਕਰਨਾ ਪਊਗਾ, ਅਗਲੀ ਜਨਰੇਸ਼ਨ ਨੂੰ ਕਰਨਾ ਪਊਗਾ, ਜਦੋਂ ਆਪਾਂ ਇਹ ਚੀਜ਼ ਛੱਡ ਕੇ ਭੱਜਾਂਗੇ ਸਾਰੇ ਪੰਜਾਬ। ਤਾਂ ਮੈਂ ਤਾਂ ਤੁਹਾਨੂੰ ਇਹ ਰਿਕਵੈਸਟ ਕਰੂੰਗਾ, ਪਲੀਜ਼ ਪਲੀਜ਼ ਪਲੀਜ਼, ਜੇ ਤੁਸੀਂ ਤੁਹਾਡਾ ਸਰਦਾ ਹੈ, ਹੁਣ ਦੇਖੋ ਇੱਕ ਤਾਂ ਹੀ ਹੁੰਦਾ ਵੀ ਜਮਾਂ ਹੀ ਬਸ ਮੇਰਾ ਸਰਦਾ ਹੀ ਨਹੀਂ, ਮੈਂ ਤਾਂ ਜਾਣਾ ਹੀ ਜਾਣਾ ਬਾਹਰ, ਉਹਨੂੰ ਤਾਂ ਆਪਾਂ ਰੋਕ ਵੀ ਨਹੀਂ ਸਕਦੇ, ਜਿੰਨਾ ਮਰਜ਼ੀ ਸਮਝਾ ਲਈ ਉਹਨੂੰ ਰੁਕਣਾ ਨਹੀਂ। ਪਰ ਹਜੇ ਜੇ ਤੁਹਾਡੇ ਦਿਮਾਗ 'ਚ ਚੱਲਦਾ, ਮੈਂ ਤੁਹਾਨੂੰ ਕਹੂੰਗਾ ਆਪਣੇ ਪੰਜਾਬ ਵਾਸਤੇ ਰਾਜੇ, ਆਪਣੇ ਵਾਸਤੇ ਪਹਿਲਾਂ ਤਾਂ ਆਪਣੇ ਵਾਸਤੇ ਹੈ। ਦੇਖੋ, ਤੁਸੀਂ ਚੰਗੀ ਮਿਹਨਤ ਕਰੋਗੇ, ਚੰਗੀ ਜੌਬ ਲਾਓਗੇ, ਤੁਹਾਡਾ ਵੀ ਰੁਤਬਾ ਵਧੂਗਾ ਸੁਸਾਇਟੀ ਦੇ ਵਿੱਚ, ਤੇ ਜੇ ਤੁਹਾਡੇ ਪੰਜਾਬ ਦਾ ਵੀ ਰੁਤਬਾ ਵਧੂਗਾ। ਤਾਂ ਸਾਰੇ ਜਾਣੇ ਪਲੀਜ਼ ਇੱਥੇ ਤਿਆਰੀ ਕਰੋ ਆਪਣੀ। ਹਾਂ, ਬਹੁਤ ਮੁੱਦੇ ਹੈਗੇ ਆ, ਉਹ ਮੁੱਦਿਆਂ ਦੇ ਉੱਪਰ ਆਪਾਂ ਤਾਂ ਸਰਕਾਰ ਨੂੰ ਕਹਿ ਸਕਦੇ ਹਾਂ, ਜਾਂ ਸਰਕਾਰ ਤੋਂ ਆਪਾਂ ਉਹ ਮੁੱਦੇ ਤਾਂ ਸੋਲਵ ਕਰਵਾ ਸਕਦੇ ਜੇ ਆਪਾਂ ਇਕੱਠੇ ਹੋਵਾਂਗੇ। ਤਾਂ ਇਕੱਠੇ ਹੋਣ ਦੀ ਅਵੇਅਰਨੈਸ ਦੀ ਪਹਿਲਾਂ ਜ਼ਰੂਰਤ ਹੈ। ਦੇਖੋ, ਹਰੇਕ ਬੱਚਾ ਮੈਨੂੰ ਮੈਸੇਜ ਕਰਦਾ, ਸਰ ਜੀ ਸਾਡਾ ਮੁੱਦਾ ਬੋਲ ਦਿਓ, ਸਾਡਾ ਮੁੱਦਾ ਬੋਲ ਦਿਓ। ਯਾਰ, ਮੇਰੇ ਕੋਈ ਇੰਨੀ ਔਕਾਤ ਨਹੀਂ ਹੈਗੀ ਕਿ ਮੈਂ ਬੋਲਦਾ ਤਾਂ ਮੇਰੀ ਗੱਲ ਸਰਕਾਰ ਤੱਕ ਪਹੁੰਚਦੀ ਹੈ। ਪਰ ਹਾਂ, ਮੇਰੇ ਕੋਲ ਪਲੇਟਫਾਰਮ ਹੈਗਾ, ਮੈਂ ਜਿੰਨਾ ਬੋਲ ਸਕਦਾ ਮੈਂ ਜ਼ਰੂਰ ਬੋਲੂੰਗਾ। ਪਰ ਤੁਸੀਂ ਜੇ ਅੱਗੇ ਦੀ ਅੱਗੇ ਦੀ ਅੱਗੇ ਦੀ ਅੱਗੇ ਗੱਲ ਕਰੀ ਜਾਓਗੇ, ਅਵੇਅਰ ਹੋਵੋਗੇ, ਕੁਐਸਚਨਿੰਗ ਕਰੋਗੇ, ਤਾਂ ਜ਼ਰੂਰ ਉਹ ਮੁੱਦੇ ਸੋਲਵ ਹੋਣਗੇ। ਹੋਏ ਵੀ ਆ ਮੁੱਦੇ ਸੋਲਵ, ਬਹੁਤ ਸਾਰੇ ਮੁੱਦੇ ਸੋਲਵ ਵੀ ਹੋਏ ਆ। ਤਾਂ ਹੁਣ ਆਪਾਂ ਅੱਗੇ ਮੁੱਦਿਆਂ ਦੀ ਗੱਲ ਕਰਦੇ ਹਾਂ। ਦੇਖੋ, ਅੱਜ ਸਾਂਝੇ ਮੁੱਦੇ ਮੈਂ ਤਾਂ ਪਾਤੇ, ਵੈਸੇ ਇਕੱਲੇ ਇਕੱਲੇ ਬੱਚਿਆਂ ਨੇ ਕਿਹਾ ਸੀ ਇਕੱਲੀ ਇਕੱਲੀ ਵੀਡੀਓ ਪਾ ਦਿਓ, ਬਟ ਬਹੁਤ ਜ਼ਰੂਰੀ ਮੁੱਦੇ ਨੇ। ਸਭ ਤੋਂ ਪਹਿਲਾਂ ਤਾਂ ਜੁਆਇਨਿੰਗ ਦੇ ਮੁੱਦੇ ਨੇ ਬੇਟਾ। ਹੁਣ ਦੇਖੋ, ਇੱਕ ਤਾਂ ਇਹ ਹੁੰਦਾ ਪੇਪਰ ਨਹੀਂ ਹੋ ਰਿਹਾ, ਹੁਣ ਜੁਆਇਨਿੰਗ ਦੇ ਮੁੱਦੇ ਆ। ਪੀਐਸਪੀਸੀਐਲ ਦੀ ਗੱਲ ਕਰ ਲਾਂ ਮੈਂ, 2021 ਦਾ ਪੇਪਰ ਹੋਇਆ ਹੋਇਆ, ਤਾਂ ਸਾਲ ਹੋ ਗਿਆ ਹਜੇ ਤੱਕ ਜੁਆਇਨਿੰਗ ਨਹੀਂ ਹੋਈ। ਹੁਣ ਮੈਨੂੰ ਸਰਕਾਰਾਂ ਦੀ ਵੀ ਨਹੀਂ ਸਮਝ ਆਉਂਦੀ, ਸਰਕਾਰਾਂ ਇਹ ਸਭ ਕੁਝ ਮਨਮਾਨੀਆਂ ਤਾਂ ਹੀ ਕਰਦੀਆਂ ਨਾ ਜੇ ਆਪਾਂ ਅਵੇਅਰ ਨਹੀਂ ਹੈਗੇ। ਜੇ ਆਪਾਂ ਅਵੇਅਰ ਹੋਵਾਂਗੇ ਤਾਂ ਸਭ ਕੁਝ ਸਹੀ ਹੋ ਜਾਊਗਾ। ਹੁਣ ਜਿਵੇਂ ਮੈਂ ਸ਼ੁਰੂ ਤੋਂ ਬੋਲਦਾ ਆਇਆ ਵੀ ਇਦਾਂ ਦਾ ਇੱਕ ਸੰਸਥਾ ਬਣਨੀ ਚਾਹੀਦੀ ਹੈ, ਬੋਰਡ ਬਣਨਾ ਚਾਹੀਦਾ ਹੈ, ਜਾਂ 10 ਮੈਂਬਰੀ ਜਾਂ 15 ਮੈਂਬਰੀ ਕਮੇਟੀ ਹੋਣੀ ਚਾਹੀਦੀ ਹੈ ਜਿਹੜੀ ਕੈਲੰਡਰ ਸ਼ੋਅ ਕਰੇ ਵੀ ਆਹ ਪੇਪਰ ਇੰਨੀ ਤਰੀਕ ਨੂੰ ਨਿਕਲੂਗਾ, ਟੈਂਟੇਟਿਵ ਡੇਟ ਦਵੇ, ਇੰਨੇ ਮਹੀਨਿਆਂ 'ਚ ਪੂਰਾ ਹੋ ਜਾਊਗਾ, ਆਹ ਪੇਪਰ ਇਦੋਂ ਨਿਕਲੂਗਾ, ਤਾਂ ਜੋ ਬੱਚੇ ਉਸ ਹਿਸਾਬ ਨਾਲ ਤਿਆਰੀ ਕਰਨ।
ਕਾਮਨ ਸਿਲੇਬਸ ਹੋਵੇ ਤੇ ਬਹੁਤ ਸਾਰੀਆਂ ਗੱਲਾਂ ਹੈਗੀਆਂ ਤੇ ਮੈਂ ਇਕੱਲਾ ਬੋਲ ਕੇ ਕੁਝ ਨਹੀਂ ਕਰ ਸਕਦਾ। ਮੈਂ ਬਾਕੀ ਟੀਚਰਾਂ ਨੂੰ ਜਿਹੜੇ ਬਾਕੀ ਬਹੁਤ ਸਾਰੀਆਂ ਅਕੈਡਮੀਆਂ ਮੇਰੇ ਤੋਂ ਬਹੁਤ ਵੱਡੇ ਪਲੇਟਫਾਰਮ ਹੈ, ਮੇਰੇ ਤੋਂ ਕੋਈ ਕਾਤਮ ਨਹੀਂ ਹੈਗੀ, ਬਹੁਤ ਵੱਡੇ ਪਲੇਟਫਾਰਮ ਹੈ, ਉਹਨਾਂ ਨੂੰ ਰਿਕੁਐਸਟ ਕਰਦਾ ਹੁੰਦਾ ਬਟ ਕੋਈ ਵੀ ਸਾਥ ਨਹੀਂ ਦਿੰਦਾਗਾ। ਬਹੁਤੇ ਬੰਦੇ ਸਾਥ ਦਿੰਦੇ ਆ ਲੇਕਿਨ ਬਹੁਤ ਸਾਰੇ ਜਿਹੜੇ ਦੇ ਸਕਦੇ ਉਹ ਸਾਥ ਨਹੀਂ ਦਿੰਦੇ। ਉਹ ਸਾਥ ਤਾਂ ਹੀ ਦੇਣਗੇ ਜੇ ਤੁਸੀਂ ਅਵੇਅਰ ਹੋਵੋਗੇ, ਜੇ ਤੁਸੀਂ ਉਹਨਾਂ ਨੂੰ ਕਹੋਗੇ, ਕਿਉਂਕਿ ਤੁਸੀਂ ਹੀ ਉਹਨਾਂ ਦੇ ਦੇਖੋ। ਮੈਂ ਤਾਂ ਕਹਿਣਾ ਹੁੰਦਾ ਯਾਰ ਆਪਾਂ ਸਟੂਡੈਂਟ ਦੇ, ਮੈਂ ਤਾਂ ਜਿਹੜਾ ਵੀ ਬੰਦਾ ਮਿਲਦਾ ਨਾ ਮੈਨੂੰ ਅਕੈਡਮੀ ਵਾਲਾ, ਮੈਂ ਉਹਨੂੰ ਇਹੀ ਕਹਿਣਾ ਹੁੰਦਾ ਯਾਰ ਆਪਾਂ ਸਟੂਡੈਂਟ ਦਾ ਦਿੱਤਾ ਹੋਇਆ ਖਾ ਰਹੇ ਹਾਂ, ਚਾਹੇ ਆਪਾਂ ਮਿਹਨਤ ਕਰਕੇ ਖਾ ਰਹੇ ਹਾਂ, ਲੇਕਿਨ ਜੇ ਸਟੂਡੈਂਟ ਨਹੀਂ ਹੋਣਗੇ ਤਾਂ ਆਪਾਂ ਕੱਲ ਨੂੰ ਆਪਣੀ ਘਰ ਦੀ ਰੋਟੀ ਵੀ ਨਹੀਂ ਚੱਲਣੀ ਹੈਗੀ। ਤਾਂ ਪੰਜਾਬੀ 'ਚ ਜਿਵੇਂ ਆਪਾਂ ਦੇਸੀ ਤਰੀਕੇ ਨਾਲ ਕਹਿਣਾ ਹੋਵੇ ਤਾਂ ਆਪਾਂ ਤਾਂ ਸਟੂਡੈਂਟ ਦੇ ਟੁਕੜਿਆਂ ਤੇ ਪਲ ਰਹੇ ਹਾਂ ਨਾ। ਤੇ ਜੇ ਸਟੂਡੈਂਟ ਨਹੀਂ ਹੋਣਗੇ, ਜੇ ਮੈਂ ਹੁਣ ਬੋਲਣ ਵਾਲਾ, ਮੈਂ ਬੋਲ ਤਾਂ ਰਿਹਾ ਜੇ ਮੈਨੂੰ ਸੁਣਨ ਵਾਲੇ ਆ, ਜੇ ਮੈਨੂੰ ਸੁਣਨ ਵਾਲੇ ਨਹੀਂ ਹੋਣਗੇ ਮੈਂ ਬੋਲੂੰਗਾ ਕਿੱਥੋਂ, ਕੱਲਾ ਥੋੜੀ ਬੋਲੀ ਜਾਊਂਗਾ। ਤਾਂ ਇਸ ਕਰਕੇ ਉਹਨਾਂ ਨੂੰ ਵੀ ਥੋੜੀ ਜੀ ਸਮਝ ਤੋਂ ਕੰਮ ਲੈਣਾ ਚਾਹੀਦਾ। ਬਾਕੀ ਅਕੈਡਮੀਆਂ ਨੂੰ ਵੀ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ। ਬਹੁਤੇ ਕਰ ਵੀ ਰਹੇ ਆ, ਮੇਰੇ ਤੋਂ ਪਹਿਲਾਂ ਵੀ ਕਰ ਰਹੇ ਹੋਣਗੇ ਬਟ ਬਹੁਤੇ ਨਹੀਂ ਕਰਦੇ, ਜਿਨ੍ਹਾਂ ਨੂੰ ਮੈਂ ਰਿਕੁਐਸਟ ਕਰਕੇ ਵੀ ਦੇਖੀ ਆ ਬੈਕ ਐਂਡ ਤੇ। ਤਾਂ ਜਿਵੇਂ ਹੁਣ ਦੇਖੋ PSPCL ਦੀ ਜੁਆਇਨਿੰਗ ਪੈਂਡਿੰਗ ਪਈ ਹੈ, ਸਿਵਲੀਅਨ ਦੀ ਜੁਆਇਨਿੰਗ ਦੇਖੋ ਘੱਟੋ ਘੱਟ ਅਪ੍ਰੈਲ ਦੇ ਵਿੱਚ ਇਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਵੀ ਹੈ। ਇਹਨਾਂ ਦੀ ਹਜੇ ਤੱਕ ਜੁਆਇਨਿੰਗ, ਬੱਚਿਆਂ ਨੇ ਧਰਨਾ ਵੀ ਲਾ ਲਿਆ 2-3 ਵਾਰੀ, ਹਜੇ ਤੱਕ ਉਹ ਵੀ ਨਹੀਂ ਹੋਇਆਗਾ। ਠੀਕ ਹੈ, ਧਰਨਾ ਵੀ ਲਾ ਲਿਆ, ਸਭ ਕੁਝ ਕਰ ਲਿਆ ਬੱਚਿਆਂ ਨੇ, ਪਰ ਹਜੇ ਤੱਕ ਕੀ ਹੈ ਜੀ, ਇਹਨਾਂ ਨੂੰ ਜੁਆਇਨਿੰਗ ਨਹੀਂ ਦਿੱਤੀ ਗਈ। ਤਾਂ ਦੇਖੋ ਇਹ ਸਭ ਕੁਝ ਤਾਂ ਹੋ ਰਿਹਾ ਨਾ ਜੇ ਆਪਾਂ ਅਵੇਅਰ ਨਹੀਂ ਹੈਗੇ। ਜੇ ਆਪਾਂ ਅਵੇਅਰ ਹੋਵਾਂਗੇ ਰਾਜੇ ਕਿੱਦਾਂ ਹੋ ਜਾਊਗਾ। ਠੀਕ ਹੈ, ਤਾਂ ਧਰਨੇ ਦੇ ਵਿੱਚ 2-3 ਵਾਰੀ ਕਾਲ ਕੀਤੀ, ਪਹੁੰਚਦਾ ਕੀ ਹੈ ਜੀ, ਗਰੁੱਪਸ ਦੇ ਵਿੱਚ ਹੈਗਾ ਬੱਚਾ 600 ਪਲੱਸ 700 ਪਲੱਸ 650 700 670 ਬੱਚਾ ਹੈ, ਧਰਨੇ ਤੇ ਪਹੁੰਚਦੇ 10 ਬੱਚੇ 15 ਬੱਚੇ, ਤਾਂ 10-15 ਨੂੰ ਤਾਂ ਵੈਸੇ ਹੀ ਮਖੌਲ ਕਰਦੇ, ਉਹ ਕਹਿੰਦੇ 10-15 ਨੂੰ ਤਾਂ ਚੱਕ ਕੇ ਥਾਣੇ 'ਚ ਮਾਰਾਂਗੇ। ਤਾਂ ਉਹਨਾਂ ਨੇ ਤਾਂ ਕਹਿਣਾ ਹੀ ਆ, ਜਦੋਂ ਸਟਰੈਂਥ ਨਹੀਂ ਹੈਗੀ ਗੀ ਆਪਣੀ ਤਾਂ ਕੀ ਕਰਾਂਗੇ। ਦੇਖੋ ਜੇ ਆਪਾਂ ਹੀ ਨਹੀਂ ਅਵੇਅਰ ਹੈਗੇ ਆਪਣੇ ਮੁੱਦਿਆਂ ਦੇ ਤਾਂ ਆਪਾਂ ਸਰਕਾਰ ਨੂੰ ਦੋਸ਼ ਨਹੀਂ ਦੇ ਸਕਦੇ ਇੱਥੇ। ਹਾਂ ਸਰਕਾਰ ਦਾ ਦੋਸ਼ ਹੈਗਾ, ਕਿਉਂਕਿ ਸਰਕਾਰ ਕਹਿੰਦੀ ਸੀਗੀ ਕਿ ਇਦਾਂ ਦਾ ਮਾਹੌਲ ਕ੍ਰੀਏਟ ਕਰਾਂਗੇ ਕਿ ਬਾਹਰਲੇ ਲੋਕ ਇੱਥੇ ਨੌਕਰੀ ਕਰਨ ਆਉਣਗੇ। ਪਰ ਦੇਖੋ ਤੁਹਾਡੇ ਸਾਹਮਣੇ ਦਿਨ ਪਰ ਦਿਨ ਤੁਸੀਂ ਆਸੇ-ਪਾਸੇ ਨਜ਼ਰ ਮਾਰੋ, ਆਪਣੇ ਆਂਢੀ ਗੁਆਂਢ ਦੇ ਵਿੱਚ ਤੁਹਾਨੂੰ ਜਿਹੜੇ ਨਵੇਂ ਬੱਚੇ ਆ +2 ਕਰਕੇ ਇਹੀ ਕਹਿੰਦੇ ਅਸੀਂ ਆਈਲੈਟਸ ਕਰਨਾ। ਪੁੱਛ ਲਿਓ ਕਿਸੇ ਵੀ, ਮੈਂ ਗਰੰਟੀ ਦਿਨਾ 10 ਬੱਚਿਆਂ ਨੂੰ ਪੁੱਛੋਗੇ ਵਿੱਚੋਂ 8 ਬੱਚਾ ਹੀ ਕਹੂਗਾ ਮੈਂ ਆਈਲੈਟਸ ਕਰਨਾ ਹੈ, ਕਿਉਂਕਿ ਉਹਨਾਂ ਦੇ ਦਿਮਾਗ 'ਚ ਬਿਠਾ ਦਿੱਤੀ ਗਈ ਹੈ ਗੱਲ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਤੁਹਾਨੂੰ ਰੋਜ਼ਗਾਰ ਨਹੀਂ ਮਿਲਣਾ। ਇਹ ਬਿਠਾ ਦਿੱਤੀ ਗਈ ਹੈ। ਦੇਖੋ ਬਹੁਤ ਸਾਰਾ ਕੰਮ ਖਰਾਬ ਹੋਣਾ ਆਉਣ ਵਾਲੇ ਟਾਈਮ ਦੇ ਵਿੱਚ, ਅਰਥ ਵਿਵਸਥਾ ਤੇ ਵੀ ਬਹੁਤ ਜ਼ਿਆਦਾ ਪੰਗਾ ਪੈਣਾ। ਜਿਹੜਾ ਡਾਲਰ ਉੱਪਰ ਨੂੰ ਜਾ ਰਿਹਾ ਨਾ, ਉਹਦਾ ਕਾਰਨ ਵੀ ਇਹੀ ਹੈ ਕਿ ਆਪਾਂ ਜਿਹੜੇ ਬੱਚੇ, ਨੌਜਵਾਨ ਵਰਗ ਜੇ ਕਮਾਊਗਾ ਤਾਂ ਇੱਥੇ ਟੈਕਸ ਵੀ ਭਰੂਗਾ, ਜੇ ਉਹ ਬਾਹਰ ਹੀ ਕਮਾਊਗਾ ਤਾਂ ਕੀ ਟੈਕਸ ਇੰਡੀਆ ਥੋੜੀ ਭਰੂਗਾ ਉਹ ਟੈਕਸ। ਤਾਂ ਹੁਣ ਦੇਖੋ ਜੇ ਮੈਂ ਗੱਲ ਕਰਾਂ, ਹੁਣ 117 ਸੀਟਾਂ ਹੈ ਵਿਧਾਨ ਸਭਾ ਦੀਆਂ, ਜੇ ਇਦਾਂ ਹੀ ਜਨਰੇਸ਼ਨ ਬਾਹਰ ਜਾਂਦੀ ਰਹੀ ਤਾਂ ਦੇਖੋ ਮੈਨੂੰ ਲੱਗਦਾ ਸ਼ਾਇਦ ਕੁਝ ਸੀਟਾਂ ਪਿੱਛੇ 1 MLA ਹੁੰਦਾ ਹੈ। ਤਾਂ ਕਹਿਣ ਦਾ ਭਾਵ ਕਿ ਅਗਰ ਆਪਾਂ ਗੱਲ ਕਰੀਏ 117 ਥੋੜੀ ਰਹਿ ਜਾਣਗੀਆਂ। ਮੈਂ ਕਹਿੰਦਾ ਕੱਲੀਆਂ 17 ਨਹੀਂ ਬਚਣਗੀਆਂ, ਮੇਰੀ ਗਰੰਟੀ ਹੈ ਜੇ ਆਉਣ ਵਾਲੇ 10 ਸਾਲ ਦੇ ਵਿੱਚ ਸਰਕਾਰ ਨੇ ਧਿਆਨ ਨਾ ਦਿੱਤਾ ਇਸ ਮੁੱਦੇ ਦੇ ਉੱਪਰ। ਹੁਣ ਦੇਖੋ ਸਿਵਲੀਅਨ ਦੀ ਜੁਆਇਨਿੰਗ ਪੈਂਡਿੰਗ ਹੈ, ਇਸ ਤੋਂ ਇਲਾਵਾ ਪੰਜਾਬ ਪੁਲਿਸ ਦਾ ਵੇਟਿੰਗ ਲਿਸਟ ਦਾ ਮੁੱਦਾ ਹੈਗਾ। ਹੁਣ ਕਈ ਬੰਦੇ ਮੈਨੂੰ ਕਹਿ ਦਿੰਦੇ ਸਰ ਜੀ ਪੰਜਾਬ ਪੁਲਿਸ ਦੀ ਵੇਟਿੰਗ ਲਿਸਟ ਨਹੀਂ ਆ ਸਕਦੀ ਕਿਉਂਕਿ ਉਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਨਹੀਂ ਲਿਖਿਆ। ਉਹ ਭਾਈ ਮੈਨੂੰ ਪਤਾ ਨਹੀਂ ਲਿਖਿਆ ਵੇਟਿੰਗ, ਮਤਲਬ ਨੋਟੀਫਿਕੇਸ਼ਨ ਦੇ ਵਿੱਚ ਨਹੀਂ ਲਿਖਿਆ ਹੋਇਆ ਵੇਟਿੰਗ ਲਿਸਟ, ਪਰ ਸਾਡਾ ਹੱਕ ਹੈ ਯਾਰ। ਦੇਖੋ ਹੁਣ ਮੈਂ ਵਾਰ-ਵਾਰ, ਮੈਂ ਪਿਛਲੀ ਵਾਰ ਵੀਡੀਓ ਪਾਈ ਸੀਗੀ, ਪ੍ਰਾਈਮ ਏਸ਼ੀਆ ਤੇ ਵੀ ਪਾਈ ਹੈ, ਸਬ ਇੰਸਪੈਕਟਰ ਹੋ ਗਿਆ, ਹੈਡ ਕਾਂਸਟੇਬਲ ਹੋ ਗਿਆ, ਇੰਟੈਲੀਜੈਂਸ ਕਾਂਸਟੇਬਲ ਹੋ ਗਿਆ, ਤਿੰਨੇ ਪੋਸਟਾਂ ਮੈਨੂੰ ਲੱਗਦਾ 95% ਬੰਦਿਆਂ ਨੇ ਤਿੰਨੇ ਪੋਸਟਾਂ ਭਰੀਆਂ ਹੋਈਆਂ। ਹੁਣ ਮੰਨ ਲਓ ਬੰਦਾ ਇੱਥੇ ਵੀ ਸਿਲੈਕਟ ਹੋ ਜਾਂਦਾ, ਇੱਥੇ ਵੀ ਸਿਲੈਕਟ ਹੋ ਜਾਂਦਾ, ਇੱਥੇ ਸਿਲੈਕਟ ਹੋ ਜਾਂਦਾ, ਉਹ ਸਾਰੀਆਂ ਥੋੜੀ ਕਰੂਗਾ ਯਾਰ ਨੌਕਰੀ, ਇੱਕ ਥਾਂ ਤੇ ਕਰੂਗਾ ਨਾ। ਮੰਨ ਲਓ ਸਬ ਇੰਸਪੈਕਟਰ ਕਰਦਾ, 2 ਪੋਸਟਾਂ ਇਹ ਖਾਲੀ ਛੱਡ ਗਿਆ, ਇੱਕ ਇਹਦੀ। ਤਾਂ ਜੇ ਮੰਨ ਲਓ ਉਹ ਵੇਟਿੰਗ ਲਿਸਟ ਦਾ, ਜੇ ਆਪਣੇ ਕੋਲੇ ਵੇਟਿੰਗ ਲਿਸਟ ਵਾਲੀ ਫੈਸਿਲਿਟੀ ਹੋਊਗੀ ਤਾਂ ਇਹ ਜਿਹੜੀਆਂ 2 ਪੋਸਟਾਂ ਹੈਗੀਆਂ ਕਿਸੇ ਹੋਰ ਭਰਾ ਨੂੰ ਮਿਲ ਜਾਣਗੀਆਂ, ਕਿਸੇ ਹੋਰ ਦਾ ਰੋਜ਼ਗਾਰ ਚੱਲ ਜਾਊਗਾ। ਤਾਂ ਵੇਟਿੰਗ ਲਿਸਟ ਹੋਣੀ ਬਹੁਤ ਜ਼ਰੂਰੀ ਹੈ ਰਾਜੇ। ਉਸ ਮੁੱਦੇ ਤੇ ਮੀਟਿੰਗ ਹੋਊਗੀ ਹੁਣ ਬੱਚਿਆਂ ਦੀ, ਜੋ ਉਹਨਾਂ ਨੇ ਅਪਡੇਟ ਦਿੱਤੀ ਹੈ, ਪਰ ਉਸ ਦਿਨ ਵੀ ਬਹੁਤ ਘੱਟ ਬੱਚੇ ਪਹੁੰਚੇ। ਮੇਰਾ ਗਿਲਾ ਸ਼ਿਕਵਾ ਹੈਗਾ, ਉਸ ਦਿਨ ਵੀ ਬਹੁਤ ਘੱਟ ਬੱਚੇ ਪਹੁੰਚੇ, 60-70 ਬੱਚੇ ਮਸਾਂ ਪਹੁੰਚੇ। ਘੱਟੋ ਘੱਟ 300-400 ਬੱਚਾ ਪਹੁੰਚਣਾ ਚਾਹੀਦਾ ਸੀ, ਉਮੀਦ ਸੀਗੀ ਮੈਨੂੰ। ਪਰ ਗੱਲ ਉਹੀ ਹੈ, ਦੇਖੋ ਅਵੇਅਰ ਹੋਣ ਤੋਂ ਬਾਅਦ ਵੀ ਤੁਸੀਂ ਨਹੀਂ ਜਾਂਦੇ ਤਾਂ ਇਹ ਦੇਖੋ ਤੁਹਾਡਾ ਹੀ ਕਸੂਰ ਹੈ। ਪੰਜਾਬ ਡੋਮਿਸਾਈਲ ਦੇ ਮੁੱਦੇ ਤੇ ਲੜਦੇ ਹੋਏ ਮੈਨੂੰ ਲੱਗਦਾ 2-2.5 ਸਾਲ ਹੋ ਗਏ ਸਾਨੂੰ, ਉਹਦਾ ਵੀ ਇਹੀ ਸੇਮ ਰੌਲਾ ਹੈ। ਸਟਰੈਂਥ ਨਹੀਂ ਦਿਖਾਉਂਦੇ ਆਪਾਂ, ਫੇਸਬੁੱਕ ਤੇ ਟਵਿੱਟਰ ਕੰਪੇਨਿੰਗ ਜੋ ਮਰਜ਼ੀ ਚਲਾਈ ਜਾਓ, ਜਿੰਨ ਤੱਕ ਆਪਾਂ ਫਿਜ਼ੀਕਲੀ ਨਹੀਂ ਇਕੱਠੇ ਹੁੰਦੇ ਕੁਝ ਨਹੀਂ ਹੋਣਾਗਾ। ਠੀਕ ਹੈ, ਬਾਕੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਹਾਂ। ਕੁਝ ਬੱਚੇ ਮਿਲੇ ਆ ਮੈਨੂੰ ਜਿਹੜੇ ਥੋੜੇ ਜਿਹੇ ਅਵੇਅਰ ਨੇ, 1-2 ਬੱਚੇ ਹੈਗੇ ਆ, ਮੈਂ ਨਾਮ ਤੁਹਾਨੂੰ ਬਾਅਦ ਚ ਦੱਸੂਗਾ ਜਦੋਂ ਮੈਂ ਉਹਨਾਂ ਨਾਲ ਮੈਂ ਮੀਟਿੰਗ ਕਰਕੇ ਦੇਖੂੰਗਾ। ਇੱਕ ਇਦਾਂ ਦੀ ਕੋਈ 10-12 ਆਪਣਾ ਸਟੂਡੈਂਟ ਜਿਹਦੇ ਵਿੱਚ ਬਹੁਤ ਸਿੰਸੀਅਰ ਸਟੂਡੈਂਟ ਹੋਣ, ਵਿੱਚ ਟੀਚਰ ਵੀ ਹੋਣ, ਅਕੈਡਮੀਆਂ ਵੀ ਹੋਣ, ਸਾਰੇ ਆਪਾਂ ਇੱਕ ਇਦਾਂ ਦੀ ਇੱਕ ਕਮੇਟੀ ਬਣਾਈਏ ਜਿਹੜੀ ਇਹ ਜ਼ਰੂਰੀ ਮੁੱਦਿਆਂ ਦੇ ਉੱਪਰ ਕੀ ਗੱਲਬਾਤ ਕਰਿਆ ਕਰੇ, ਬੱਚਿਆਂ ਨੂੰ ਅਵੇਅਰ ਕਰਿਆ ਕਰੇ, ਜਾਂ ਫਿਜ਼ੀਕਲੀ ਜਿੱਥੇ ਆਪਾਂ ਨੂੰ ਜਾਣ ਦੀ ਜ਼ਰੂਰਤ ਪਊਗੀ, ਕਿਸੇ ਨਾਲ ਮੀਟਿੰਗ ਕਰਨ ਦੀ ਜ਼ਰੂਰਤ ਪਊਗੀ, ਆਪਾਂ ਜਾਣਾ ਪਵੇ, ਤਾਂ ਇਦਾਂ ਦੀ ਮੈਂ ਚਾਹੁੰਦਾ ਇੱਕ ਸੰਸਥਾ ਬਣੇ ਆਪਣੀ। ਠੀਕ ਹੈ, ਇਹ ਸਰਕਾਰ ਨੇ ਨਹੀਂ ਬਣਾਉਣੀ, ਆਪਾਂ ਨੂੰ ਬਣਾਉਣੀ ਪਊਗੀ ਜੇ ਆਪਾਂ ਆਪਦੇ ਮੁੱਦੇ ਸੋਲਵ ਕਰਾਉਣੇ ਆ। ਤਾਂ ਜੇ ਆਪਾਂ ਖਿੰਡੇ ਰਵਾਂਗੇ, ਵੱਖਰੇ ਰਵਾਂਗੇ, ਕਦੇ ਵੀ ਇਹ ਮੁੱਦੇ ਸੋਲਵ ਨਹੀਂ ਹੋਣਗੇ। ਹੁਣ ਪੰਜਾਬ ਡੋਮਿਸਾਈਲ ਹੋ ਗਿਆ। ਅੱਛਾ, ਸਭ ਤੋਂ ਵੱਡੀ ਹੁਣ ਦੇਖੋ ਕੰਪਿਊਟਰ ਟੀਚਰ। ਹੁਣ ਦੇਖੋ 2019 ਦੇ ਵਿੱਚ ਕੀ ਹੋਇਆ ਸੀ, ਕੋਵਿਡ ਹੋਇਆ ਸੀਗਾ, ਤਾਂ ਸਾਰਾ ਐਜੂਕੇਸ਼ਨ ਸਿਸਟਮ ਆਨਲਾਈਨ ਹੋ ਗਿਆ ਸੀ। ਜਿਹੜੇ ਪ੍ਰਾਈਵੇਟ ਸਕੂਲ ਸੀਗੇ ਉਹ ਸਕਸੈਸ ਕਿਉਂ ਨੇ, ਕਿਉਂਕਿ ਉਹਨਾਂ ਕੋਲ ਇੱਕ ਰਿਸੋਰਸ ਵੀ ਹੈਗੇ ਆ ਆਨਲਾਈਨ ਪੜਾਉਣ ਵਾਸਤੇ, ਸਭ ਕੁਝ ਸੀਗਾ ਉਹਨਾਂ ਕੋਲੇ। ਪਰ ਸਰਕਾਰੀ ਸਕੂਲਾਂ ਦੇ ਵਿੱਚ ਦੇਖੋ ਮੋਸਟਲੀ ਆਪਣੇ ਜਿਹੜੇ ਬੱਚੇ ਆ, ਜਿਹੜੇ ਗਰੀਬ ਵਰਗ ਹੈਗਾ ਆਪਣਾ, ਮੋਸਟਲੀ ਸਰਕਾਰੀ ਸਕੂਲਾਂ 'ਚ ਪੜ੍ਹਦਾ ਹੈ।
ਤੇ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਟੀਚਰ ਨਹੀਂ ਹੋਣਗੇ ਰਾਜੇ। ਜੇ ਕੰਪਿਊਟਰ ਟੀਚਰ ਹੁੰਦੇ, ਕੰਪਿਊਟਰ ਟ੍ਰੇਨੀ ਹੁੰਦੇ, ਤਾਂ ਉਦੋਂ ਸਾਰਾ ਐਜੂਕੇਸ਼ਨ ਸਿਸਟਮ ਸਹੀ ਹੋ ਸਕਦਾ ਸੀਗਾ। ਪ੍ਰਾਈਵੇਟ ਸਕੂਲਾਂ ਦੀਆਂ ਕਲਾਸਾਂ ਲੱਗਦੀਆਂ ਰਹੀਆਂ, ਲੇਕਿਨ ਸਰਕਾਰੀ ਸਕੂਲ ਦੀ ਕੋਈ ਕਲਾਸ ਨਹੀਂ ਲੱਗੀ। ਲਗਭਗ ਲੱਗੀਆਂ ਹੋਣਗੀਆਂ, ਮੈਂ ਇਹ ਨਹੀਂ ਕਹਿੰਦਾ, ਲੇਕਿਨ ਬਹੁਤ ਘੱਟ ਲੱਗੀਆਂ ਐਜ਼ ਕੰਪੈਰੀਜ਼ਨ ਟੂ ਪ੍ਰਾਈਵੇਟ ਸਕੂਲ। ਤੇ ਦੇਖੋ ਹੁਣ ਮੈਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਥ ਟੀਚਰ, ਸਾਇੰਸ ਟੀਚਰ, ਹਿੰਦੀ ਟੀਚਰ ਸਾਰੇ ਮਤਲਬ ਪੀ-ਟੈਟ, ਸੀ-ਟੈਟ ਸਭ ਕੁਝ ਨਿਕਲ ਰਿਹਾ। ਬਹੁਤ ਵਧੀਆ ਗੱਲ ਹੈ। ਅਸੀਂ ਕਹਿੰਦਾ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੇ ਸਰਕਾਰ, ਬਟ ਕੰਪਿਊਟਰ ਟੀਚਰ ਦੀ ਰਿਕਰੂਟਮੈਂਟ 2010 ਤੋਂ ਬਾਅਦ ਕਦੇ ਨਹੀਂ ਹੋਏਗੀ। ਤਾਂ ਲਗਭਗ 12 ਸਾਲ ਦਾ ਸਮਾਂ ਹੋ ਗਿਆ। ਤਾਂ ਡੇ ਬਾਏ ਡੇ ਦੇਖੋ ਸਾਰਾ ਕੁਝ ਯੁੱਗ ਜਿਹੜਾ ਹੈਗਾ ਡਿਜੀਟਲ ਹੋ ਰਿਹਾ, ਲੇਕਿਨ ਟੀਚਰ ਰਿਕਰੂਟਮੈਂਟ ਨਹੀਂ ਹੋਈ। ਤਾਂ ਕਹਿਣ ਦਾ ਮਤਲਬ ਕਿ ਜੇ ਸਰਕਾਰੀ ਸਕੂਲਾਂ ਵਿੱਚ ਟੀਚਰ ਹੀ ਨਹੀਂ ਹੈਗੇ ਕੰਪਿਊਟਰ ਟੀਚਰ, ਤਾਂ ਆਪਾਂ ਬੱਚਿਆਂ ਨੂੰ, ਆਉਣ ਵਾਲੀ ਜਨਰੇਸ਼ਨ ਨੂੰ ਅਵੇਅਰ ਕਿਵੇਂ ਕਰਾਂਗੇ? ਇੱਕ ਬਹੁਤ ਸੀਰੀਅਸ ਮੁੱਦਾ ਹੈ। ਕੰਪਿਊਟਰ ਟੀਚਰ ਦੀ ਵੀ ਭਰਤੀ ਹੋਣੀ ਬਹੁਤ ਜ਼ਰੂਰੀ ਹੈ। ਇਹ ਵੀ ਮੁੱਦਾ ਬਹੁਤ ਖਾਸ ਹੈ। ਤਾਂ ਕਹਿਣ ਦਾ ਮਤਲਬ ਬਹੁਤ ਸਾਰੇ ਇਦਾਂ ਦੇ ਮੁੱਦੇ ਹੈਗੇ। ਅਗਰ ਮੈਂ ਗੱਲ ਕਰਾਂ, ਹੁਣ ਨਾਇਬ ਤਹਿਸੀਲਦਾਰ ਦੇ ਵਿੱਚ ਬਹੁਤ ਵੱਡਾ ਸਕੈਮ ਹੋ ਗਿਆ। ਹਜੇ ਤੱਕ ਸਰਕਾਰ ਦਾ ਕੋਈ ਵੀ 92 ਦੇ ਵਿੱਚੋਂ ਕਿਸੇ ਵੀ ਇੱਕ ਸਿੰਗਲ ਐਮਐਲਏ ਨੇ ਨਹੀਂ, ਮੈਨੂੰ ਲੱਗਦਾ ਕਿਸੇ ਨੇ ਕੋਈ 2 ਵਰਡ ਬੋਲੇ ਹੋਣੇ ਆ। ਚਲੋ ਵਰਡ ਨਾ ਬੋਲਣ, ਘੱਟੋ ਘੱਟ ਇਹ ਤਾਂ ਕਹਿ ਦੇਣ ਵੀ ਜਾਂਚ ਕੀਤੀ ਜਾਊਗੀ। ਕਿਉਂਕਿ ਜੇ ਤੁਹਾਡੇ ਸਾਹਮਣੇ ਪ੍ਰੂਫ ਵੀ ਆ ਗਿਆ, ਸਭ ਕੁਝ ਆ ਗਿਆ, ਖਹਿਰਾ ਸਾਹਿਬ ਨੇ ਵੀ ਬੋਲਤਾ, ਮਜੀਠੀਆ ਸਾਹਿਬ ਨੇ ਵੀ ਬੋਲਤਾ, ਕੁਛ ਨਾ ਕੁਛ ਤਾਂ ਹੈਗੀ ਹੈ ਨਾ ਗੜਬੜ। ਆਪਾਂ ਇਹ ਨਹੀਂ ਕਹਿੰਦੇ ਪੱਕਾ ਹੀ ਗੜਬੜ ਹੈਗੀ ਆ, ਜਾਂਚ ਤਾਂ ਕਰੋ ਘੱਟੋ ਘੱਟ ਯਾਰ, ਬੰਦੇ ਸਾਹਮਣੇ ਲੈ ਕੇ ਆਓ। ਜੇ ਨਹੀਂ ਹੋਈ ਤਾਂ ਲੋਕਾਂ ਅੱਗੇ ਸ਼ੋਅ ਕਰ ਦਿਓ ਵੀ ਹਾਂ ਨਹੀਂ ਹੋਈ, ਬਿਲਕੁਲ ਫੇਅਰ ਰਿਕਰੂਟਮੈਂਟ ਹੋਈ ਹੈ। ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਹੈਗੇ ਆ ਬੇਟੇ। ਇਹ ਤਾਂ ਹੀ ਸੋਲਵ ਹੋਣਗੇ ਜੇ ਤੁਸੀਂ ਅਵੇਅਰ ਹੋਵੋਗੇ। ਕੱਲਾ ਇੱਕ ਟੀਚਰ ਨਹੀਂ ਕੁਝ ਕਰ ਸਕਦਾ। ਮੈਂ ਕੱਲਾ, ਮੇਰੀ ਕੋਈ ਔਕਾਤ ਵੀ ਨਹੀਂ ਹੈਗੀ। ਮੈਂ ਤੁਹਾਡੇ ਨਾਲ ਹੀ ਆ, ਮੇਰੀ ਔਕਾਤ। ਜੇ ਤੁਸੀਂ ਨਾਲ ਖੜੋਗੇ ਤਾਂ ਹੀ ਮੈਂ ਨਾਲ ਖੜ ਸਕਦਾ। ਮੈਂ ਤਾਂ ਚਾਹਣਾ ਵੱਧ ਤੋਂ ਵੱਧ ਸਿੰਸੀਅਰ ਬੱਚੇ ਮੇਰੇ ਨਾਲ ਖੜਨ, ਬਾਕੀ ਟੀਚਰ ਵੀ ਖੜਨ, ਬਾਕੀ ਅਕੈਡਮੀਆਂ ਵੀ ਖੜਨ। ਉਹਨਾਂ ਨੂੰ ਵੀ ਰਿਕੁਐਸਟ ਕਰਦਾ ਮੈਂ, ਠੀਕ ਹੈ। ਜੇ ਕਿਸੇ ਨੂੰ ਕੋਈ ਮੇਰੇ ਤੋਂ ਕੋਈ ਲਾਗ ਡਾਟ ਹੈ, ਗਿਲਾ ਸ਼ਿਕਵਾ, ਤਾਂ ਮੈਂ ਹੱਥ ਜੋੜ ਕੇ ਮਾਫੀ ਵੀ ਮੰਗ ਲੈਣਾ। ਜੇ ਤੁਸੀਂ ਬੱਚਿਆਂ ਵਾਸਤੇ ਕੁਝ ਕਰ ਰਹੇ ਹੋ ਤਾਂ ਮੈਂ ਤੁਹਾਡੇ ਥੱਲੇ ਲੱਗਣ ਨੂੰ ਤਿਆਰ ਹਾਂ। ਮੈਂ ਇਹ ਵੀ ਨਹੀਂ ਕਹਿੰਦਾ ਮੈਂ ਅੱਗੇ ਲੱਗੂੰਗਾ ਜੀ, ਮੇਰਾ ਨਾਮ ਆਵੇ ਬਲਜਿੰਦਰ ਸਿੰਘ ਫਲਾਨਾ, ਮੇਰਾ ਪੋਜ਼ਿਟਿਵ ਬਾਈ ਪੰਜਾਬ ਨਾਮ ਆਵੇ, ਨਾ ਆਵੇ। ਮੇਰਾ ਨਾਮ ਤਾਂ ਬੇਟੇ ਮੇਰੇ ਕੰਮ ਕਰਕੇ ਹੀ ਹੈ। ਕੰਮ ਕਰਕੇ ਹੀ ਆਉਣਾ। ਪ੍ਰਮਾਤਮਾ ਨੇ ਕੰਮ ਕਰਕੇ ਅੱਗੇ ਲੈ ਕੇ ਆਏ ਆ। ਬੱਚੇ ਆਪ ਕਹਿੰਦੇ ਆ ਕੰਪਿਊਟਰ ਟੀਚਰ ਦਾ ਮਤਲਬ, ਕੰਪਿਊਟਰ ਸਬਜੈਕਟ ਦਾ ਮਤਲਬ ਬਲਜਿੰਦਰ ਸਿੰਘ ਜਾਂ ਪੋਜ਼ਿਟਿਵ ਬਾਈ ਪੰਜਾਬ। ਉਹ ਤਾਂ ਹੀ ਹੈ ਜੇ ਮੇਰਾ ਕੰਮ ਬੋਲਦਾ। ਹੁਣ ਜਿਵੇਂ ਬੋਰਡ ਲਵਾਉਣ ਦੀ ਜ਼ਰੂਰਤ ਨਹੀਂ ਹੈਗੀ, ਮੇਰਾ ਕੰਮ ਬੋਲਦਾ, ਮੇਰਾ ਕੰਮ ਬੋਲਦਾ, ਸਾਡਾ ਕੰਮ ਬੋਲਦਾ। ਮੈਂ ਅੱਗੇ ਭਗਵੰਤ ਮਾਨ ਜੀ ਨੂੰ ਬਹੁਤ ਰਿਕਵੈਸਟ ਕਰਦਾ ਹੁੰਦਾ ਵੀ ਤੁਸੀਂ ਪਲੀਜ਼ ਇਹ ਚੀਜ਼ ਨਾ ਕਰੋ ਜੋ ਬਾਕੀਆਂ ਪਾਰਟੀਆਂ ਕਰਦੀਆਂ। ਸਾਡਾ ਕੰਮ ਬੋਲਦਾ, ਤੁਹਾਡਾ ਕੰਮ ਬੋਲਣ ਲਿਖਣ ਦੀ ਜ਼ਰੂਰਤ ਨਹੀਂ ਹੈਗੀ, ਤੁਹਾਡਾ ਕੰਮ ਆਪਣੇ ਆਪ ਹੀ ਬੋਲੂਗਾ। ਹੁਣ ਜੇ ਮੈਂ ਬੋਰਡ ਲਵਾ ਦੇਵਾਂ ਸਾਰੇ ਪਾਸੇ ਜੀ, ਮੇਰੇ ਕਿਰਾਇਆਂ ਵਿੱਚੋਂ ਕੰਪਿਊਟਰ ਆਉਂਦਾ, ਮੇਰਾ ਕੰਮ ਬੋਲਦਾ, ਚਲੋ ਮੇਰਾ ਤਾਂ ਆ ਰਿਹਾ, ਮੈਂ ਤਾਂ ਵੀ ਲਿਖ ਸਕਦਾ। ਪਰ ਜਿਨ੍ਹਾਂ ਦਾ ਕੰਮ ਹੀ ਨਹੀਂ ਬੋਲਦਾ ਉਹ ਲਿਖ ਰਹੇ ਆ ਸਾਡਾ ਕੰਮ ਬੋਲਦਾ। ਉਹਨਾਂ ਦਾ ਕੰਮ ਬੋਲ ਸਕਦਾ ਹੈ ਜੇ ਉਹ ਇਸ ਮੁੱਦਿਆਂ ਤੇ ਚਰਚਾ ਕਰਨ, ਜੇ ਉਹ ਯੂਥ ਨੂੰ ਖੁਸ਼ ਕਰ ਲੈਣ ਜਾਂ ਯੂਥ ਦੇ ਜਾਂ ਪ੍ਰੋਬਲਮ ਨੂੰ ਸੋਲਵ ਕਰ ਲੈਣ, ਤਾਂ ਉਹਨਾਂ ਦਾ ਕੰਮ ਛੱਡੋ, ਮੈਂ ਕਹਿੰਦਾ ਸਭ ਕੁਝ ਬੋਲੂਗਾ। ਠੀਕ ਹੈ ਜੀ। ਤਾਂ ਇਹ ਤਾਂ ਹੋ ਸਕਦਾ ਬੇਟੇ। ਦੇਖੋ ਇਹ ਬਹੁਤ ਸਾਰੇ, ਹਜੇ ਦੇਖੋ ਮੈਂ ਜ਼ਰੂਰੀ ਨਹੀਂ, ਇਹ ਬਹੁਤ ਸਾਰੇ ਮੁੱਦੇ ਆ। ਮੋਬਾਈਲ ਭਰਿਆ ਪਿਆ, ਡੇਲੀ ਮੇਰੇ ਕੋਲੇ ਆਉਂਦੇ ਆ, ਠੀਕ ਹੈ। ਬਾਕੀ ਡੀਮੋਟੀਵੇਟ ਨਾ ਹੋਇਆ ਕਰੋ। ਜਦੋਂ ਵੀ ਤੁਹਾਨੂੰ ਲੱਗਦਾ ਤੁਸੀਂ ਡੀਮੋਟੀਵੇਟ ਹੋ ਰਹੇ, ਆਪਣੇ ਮਾਂ-ਬਾਪ ਨਾਲ ਗੱਲ ਕਰੋ ਯਾਰ। ਜੇ ਨਹੀਂ ਕਰਨੀ ਮਾਂ-ਬਾਪ ਨਾਲ ਗੱਲ, ਗੁਰਦੁਆਰਾ ਸਾਹਿਬ, ਮੰਦਿਰ, ਮਸਜਿਦ ਜਿੱਥੇ ਤੁਸੀਂ ਜਾਂਦੇ ਹੋ 10 ਮਿੰਟ ਉਸ ਪ੍ਰਮਾਤਮਾ ਨਾਲ ਗੱਲ ਕਰਕੇ ਆ ਜਾਇਆ ਕਰੋ। ਮਨ ਹੌਲਾ ਕਰ ਲਿਆ ਕਰੋ, 2 ਮਿੰਟ ਅੱਖਾਂ ਗਿੱਲੀਆਂ ਕਰ ਲਿਆ ਕਰੋ। ਕੋਈ ਚੱਕਰ ਨਹੀਂ ਹੈਗਾ ਗਾ। ਯਕੀਨ ਮੰਨਿਓ ਮਨ ਹੌਲਾ ਹੋ ਜਾਊਗਾ। ਬਾਕੀ ਦੇਖੋ ਬਹੁਤ ਸਾਰੇ ਬੱਚੇ ਮੈਨੂੰ ਮੈਸੇਜ ਫੋਨ ਕਰਦੇ, ਸਰ ਜੀ ਤੁਹਾਨੂੰ ਮਿਲਣਾ ਹੈ। ਦੇਖੋ ਮੈਂ ਇਕੱਲਾ ਵੀ, ਮੈਂ ਘਰ ਵੀ ਸੰਭਾਲਣਾ ਬੇਟੇ, ਹੈ ਨਾ। ਤੁਹਾਨੂੰ ਵੀਡੀਓਜ਼ ਵੀ ਦੇਣੀਆਂ। ਹੁਣ ਦੇਖੋ ਪੰਜਾਬ ਜੀਕੇ ਬਹੁਤ ਪਿੱਛੇ ਚਲੀ ਗਈ। ਪੰਜਾਬ ਜੀਕੇ ਦਾ ਸਿਲੇਬਸ ਕੰਪਲੀਟ ਕਰਾਉਣਾ ਮੈਂ ਰੋਜ਼ ਸੋਚਦਾ, ਰੋਜ਼ ਕੋਈ ਨਾ ਕੋਈ ਬੱਚਾ ਮਿਲਣ ਆ ਜਾਂਦਾ ਹੈ। ਔਰ ਪ੍ਰਮਾਤਮਾ ਦੀ ਇੰਨੀ ਕਿਰਪਾ, ਜਦੋਂ ਬੱਚਾ ਆਉਂਦਾ ਕਹਿੰਦਾ ਤਾਂ ਇਹੀ ਹੈ 10-15 ਮਿੰਟ, ਪਰ ਉਹ ਗੱਲਾਂ ਬਾਤਾਂ ਵਿੱਚ 2, 2.5, 3 ਘੰਟੇ ਕਿਤੇ ਨਹੀਂ ਗਏਗੇ। 3-3 ਘੰਟੇ ਗੱਲ ਹੁੰਦੀ ਹੈ, ਕਿਉਂਕਿ ਬੱਚਾ ਇੰਨਾ ਹੀ ਡੀਮੋਟੀਵੇਟ ਹੋਇਆ ਹੁੰਦਾ, ਉਹਨੂੰ ਪੋਜ਼ਿਟਿਵ ਕਰਨਾ ਪੈਂਦਾ ਹੈ। ਤਾਂ ਕਈ ਵਾਰੀ ਤਾਂ ਹੁਣ ਦੇਖੋ ਲੋਕਾਂ ਦੇ ਬੱਚਿਆਂ ਦੇ ਮੁੱਦੇ ਸੁਣ ਕੇ ਮੇਰਾ ਵੀ ਮਨ ਕਈ ਵਾਰ ਪਰੇਸ਼ਾਨ ਹੋ ਜਾਂਦਾ। ਮੈਂ ਖੁਦ ਹੀ ਪਰੇਸ਼ਾਨ ਚੱਲ ਰਿਹਾ ਸੀਗਾ। ਤਾਂ ਸੋਚਿਆ ਮੈਂ, ਹੁਣ ਦੇਖੋ ਤੁਸੀਂ ਤਾਂ ਮੇਰੇ ਨਾਲ ਗੱਲ ਕਰ ਲੈਂਦੇ ਆ, ਮੈਂ ਆਪਣੇ ਮਾਂ-ਬਾਪ ਨਾਲ ਵੀ ਗੱਲ ਕਰ ਲੈਂਦਾ। ਹੁਣ ਮੈਂ ਕਿਹਦੇ ਨਾਲ ਗੱਲ ਕਰਾਂ? ਮੈਂ ਤੁਹਾਡੇ ਨਾਲ ਵੀ ਗੱਲ ਕਰ ਲੈਂਦਾ। ਤਾਂ ਮੈਨੂੰ ਲੱਗਿਆ ਵੀ ਤੁਹਾਡੇ ਨਾਲ ਗੱਲ ਕਰਨਾ ਬਹੁਤ ਜ਼ਰੂਰੀ ਸੀਗਾ। ਤੇ ਬਾਕੀ ਲਾਈਕ ਸ਼ੇਅਰ ਦਾ ਕੋਈ ਚੱਕਰ ਨਹੀਂ ਹੈਗਾ ਬੇਟੇ। ਮੈਂ ਇਹ ਨਹੀਂ ਕਹਿੰਦਾ ਲਾਈਕ ਸ਼ੇਅਰ ਕਰੋ ਇਹਨੂੰ, ਸਿਰਫ ਮੇਰਾ ਮਕਸਦ ਇਹ ਸੀਗਾ ਤੁਹਾਨੂੰ ਅਵੇਅਰ ਕਰਨਾ। ਪਲੀਜ਼ ਮੈਂ ਇਹੀ ਰਿਕਵੈਸਟ ਕਰੂੰਗਾ, ਜੇ ਤੁਸੀਂ ਮੈਨੂੰ ਕੁਛ ਵੀ ਮੰਨਦੇ ਹੋ, ਆਪਣਾ ਛੋਟਾ ਵੱਡਾ ਭੈਣ ਭਰਾ, ਜਾਂ ਕੁਛ ਵੀ ਤੁਹਾਨੂੰ 1% ਵੀ ਮੇਰੇ ਤੋਂ ਕਦੇ ਫਾਇਦਾ ਹੋਇਆ, ਤਾਂ ਕਿਰਪਾ ਕਰਕੇ ਪਲੀਜ਼ ਇਸ ਪੰਜਾਬ ਨੂੰ ਛੱਡ ਕੇ ਨਾ ਜਾਇਓ ਯਾਰ। ਪੰਜਾਬ ਦੀ ਧਰਤੀ ਤੁਸੀਂ ਮੰਨਿਓ, ਤੁਸੀਂ ਬਾਹਰ ਚਲੇ ਜਾਓਗੇ ਨਾ ਪਛਤਾਓਗੇ। ਠੀਕ ਹੈ, ਇਹ ਗਰੰਟੀ ਹੈ। ਠੀਕ ਹੈ, ਤੁਹਾਡੀ ਮਜਬੂਰੀ ਹੋ ਸਕਦੀ ਹੈ, ਕਿਸੇ ਮੇਰੀ ਭੈਣ ਦੀ ਮਜਬੂਰੀ ਹੋ ਸਕਦੀ ਹੈ, ਉਹਦਾ ਵਿਆਹ ਕੀਤਾ ਜਾਵੇ ਬਾਹਰ, ਹਨਾ। ਕੁੜੀਆਂ ਨਹੀਂ ਬੋਲ ਸਕਦੀਆਂ ਕਈ ਵਾਰੀ ਆਪਣੇ ਮਾਂ-ਬਾਪ ਅੱਗੇ, ਲੇਕਿਨ ਆਪਾਂ ਮੁੰਡੇ ਬੋਲ ਸਕਦੇ ਹਾਂ ਯਾਰ। ਘੱਟੋ ਘੱਟ ਤੁਹਾਨੂੰ ਅਵੇਅਰ ਹੋਣਾ ਪਊਗਾ। ਮੈਂ ਹੱਥ ਜੋੜਦਾ, ਇਹ ਹੱਥ ਮੇਰੇ ਹੀ ਹੈ। ਮੈਂ ਤੁਹਾਨੂੰ ਸ਼ੋਅ ਨਹੀਂ ਕਰਾ ਸਕਦਾ ਕਿਉਂਕਿ ਮੇਰੀ ਆਦਤ ਨਹੀਂ ਹੈਗੀ ਵੀਡੀਓ ਵਿੱਚ ਆਉਣਾ, ਅੱਗੇ ਆਉਣਾ, ਫੇਸ ਲੈ ਕੇ ਆਉਣਾ। ਪਰ ਮੇਰੇ ਹੱਥ ਮੇਰੇ ਜੁੜੇ ਹੋਏ ਆ। ਕਿਰਪਾ ਕਰਕੇ ਤੁਸੀਂ ਮੇਰੇ ਛੋਟੇ ਭੈਣ ਭਰਾ ਹੋ, ਕਿਰਪਾ ਕਰਕੇ ਇਸ ਪੰਜਾਬ ਨੂੰ ਛੱਡ ਕੇ ਨਾ ਜਾਇਓ। ਠੀਕ ਹੈ। ਤਾਂ ਇਸੇ ਉਮੀਦ ਨਾਲ ਕਿ ਤੁਸੀਂ ਸਾਰੇ ਪੋਜ਼ਿਟਿਵ ਕਮੈਂਟ ਕਰੋਗੇ। ਤੁਸੀਂ ਇੱਕ ਵਾਅਦਾ ਕਰ ਸਕਦੇ ਹੋ ਪਲੀਜ਼ ਕਮੈਂਟ ਬਾਕਸ ਦੇ ਵਿੱਚ, ਸਰ ਕਿ ਅਸੀਂ ਨਹੀਂ ਛੱਡ ਕੇ ਜਾਵਾਂਗੇ ਪੰਜਾਬ, ਅਸੀਂ ਇੱਥੇ ਹੀ ਰਵਾਂਗੇ, ਅਸੀਂ ਲੜਾਂਗੇ। ਠੀਕ ਹੈ, ਤਾਂ ਮੈਨੂੰ ਬਹੁਤ ਖੁਸ਼ੀ ਹੋਊਗੀ। ਸ਼ੁਕਰੀਆ ਬੇਟੇ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ, ਮੇਰੇ ਪੰਜਾਬ ਨੂੰ ਖੁਸ਼ਹਾਲੀਆਂ ਬਖਸ਼ੇ। ਅਰਦਾਸ ਵੀ ਇਹੀ ਕਰਿਆ ਕਰੋ, ਅਰਦਾਸ ਦੇ ਵਿੱਚ ਵੀ ਜ਼ਰੂਰ ਬੋਲਿਆ ਕਰੋ। ਜਿੱਥੇ ਤੁਸੀਂ ਆਪਣੀ ਪ੍ਰੇਅਰ ਕਰਦੇ ਹੋ, ਆਪਣੀ ਜੌਬ ਦੀ ਕਰਦੇ ਹੋ, ਆਪਣੇ ਮਾਂ-ਬਾਪ ਦੀ ਸਲਾਮਤੀ ਦੀ ਕਰਦੇ ਹੋ, ਉੱਥੇ ਇਹ ਅਰਦਾਸ ਵੀ ਕਰਿਆ ਕਰੋ ਸਾਡੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਹੋਣ, ਸਾਰਾ ਪੰਜਾਬ ਖੁਸ਼ਹਾਲ ਹੋਵੇ। ਸ਼ੁਕਰੀਆ ਜੀ, ਧੰਨਵਾਦ।